नानक सतगुर भेटिया पूरी होवै जुगत। हसंदियां खिलंदियां खवंदियां पहनंदियां विचे होवै मुक्त। सानू ओ गुरु मिलिया है जिहड़ा भुखिया नहीं मारदा। सानू ओ गुरु मिलिया जिहड़ा कहंदा वधिया कपड़े पाओ, चंगे घरां विच रहो, चंगा खाओ, चंगा पहनो, ते तरीका दस दिता भी किरत करके खाओ, तुहानू मंगण भी नहीं लाउणा। पुराने समयां दे विच गुरु नानक साहब जी कहंदे ने, रोवे राजे कंन पड़ाए, घर घर मांगे भीखिया जाए। गोरखनाथ दे प्रभाव थले आके राजे जोगी बन गए सी। ਉਹ ਰਾਜੇ ਉਹ ਸੀ ਜਿਹੜੇ ਹਜ਼ਾਰਾਂ ਲੱਖਾਂ ਰੁਪਈਆਂ ਦਾ ਦਾਨ ਦੇਣ ਵਾਲੇ ਬੰਦੇ ਸੀ। ਗੋਰਖਨਾਥ ਪੂਰਾ ਗੁਰੂ ਨਹੀਂ ਸੀ, ਉਹ ਆਪ ਪੂਰਾ ਨਹੀਂ ਸੀ। ਉਹਨੇ ਰਾਜਿਆਂ ਦੇ ਸਿਰਾਂ 'ਚ ਸਵਾਹ ਪਵਾ ਕੇ ਉਹਨਾਂ ਦੇ ਕੰਨ ਪਾੜ ਕੇ ਮੁੰਦਰਾਂ ਪਾਤੀਆਂ, ਹੱਥ 'ਚ ਫੜਾਤਾ ਬਾਟਾ, ਜਾਓ ਘਰੋਂ ਘਰੀ ਮੰਗ ਕੇ ਲਿਆਓ। ਘਰੋਂ ਘਰੀ ਮੰਗਣ ਤੇ ਭਰਥਰੀ ਤੇ ਯਾਰੋ ਯਾਰ ਰੋ ਪਿਆ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ। ਭਰਥਰੀ ਭਿੱਖਿਆ ਮੰਗ ਕੇ ਆ ਰਿਹਾ ਸੀ। ਉਹਦੇ ਆਸ਼ਰਮ ਦੇ ਲਾਗੋਂ ਦੀ ਜਦੋਂ ਗੁਰੂ ਨਾਨਕ ਸਾਹਿਬ ਜੀ ਲੰਘੇ, ਮਾਰੇ ਕਹਿੰਦੇ ਨੇ, ਭਰਥਰੀ ਰਾਜ ਭਾਗ ਛੱਡ ਕੇ ਜੜਾਵਾਂ ਬਣਾ ਲੀਆਂ ਨੇ, ਸਵਾਹ ਦੇ ਨਾਲ ਭਰਿਆ ਹੋਇਆ, ਤੇ ਘਰ ਘਰ ਵਿੱਚ ਮੰਗ ਕੇ ਆ ਰਿਹਾ। ਅਵਸਥਾ ਕਿੱਥੇ ਕੁ ਤੱਕ ਪਹੁੰਚੀ ਆ, ਕਿਉਂਕਿ ਘਰ ਤੇ ਛੱਡ ਦਿੱਤਾ, ਮਹਿਲ ਛੱਡ ਦਿੱਤੇ ਆ, ਕਿੰਨਾ ਕੁੱਚਾ ਹੋਇਆ ਤੂੰ ਗ੍ਰਸਤੀ ਨੂੰ ਛੱਡ ਕੇ। ਤੇ ਉਹਨੇ ਵੀ ਇੱਕ ਗ੍ਰੰਥ ਲਿਖਿਆ ਭਰਤਰੀ ਨੇ, ਉਹਦੇ ਗ੍ਰੰਥ ਦਾ ਨਾਮ ਹੈ ਵਿਰਾਗ ਸ਼ਤਕ। ਉਹਦੇ ਵਿੱਚ ਵਿਰਾਗ ਦੀਆਂ ਗੱਲਾਂ ਨੇ। ਭਰਤਰੀ ਗੁਰੂ ਨਾਨਕ ਦੇਵ ਜੀ ਦੇ ਅੱਗੇ ਰੋ ਪਿਆ, ਆਂਦਾ ਮਹਾਰਾਜ ਜੀ ਅਵਸਥਾ ਵਿੱਚ ਸੁਧਾਰ ਨਹੀਂ ਜੇ ਹੋਇਆ, ਜਿੱਦਾਂ ਦੇ ਘਰੋਂ ਨਿਕਲੇ ਸਾਂ ਉਦਾਂ ਦੇ ਹੀ ਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਘਰੋਂ ਤੇ ਜਾਣ ਦੀ ਲੋੜ ਹੀ ਨਹੀਂ ਕਿਸੇ ਨੂੰ। ਜਿਹੜਾ ਬੰਦਾ ਮਨ ਦੀ ਮੈਲ, ਮਨ ਨੂੰ ਠੀਕ ਕਰਨ ਵਾਸਤੇ ਘਰੋਂ ਬਾਹਰ ਜਾਂਦਾ, ਉਹ ਅਧੂਰਾ ਵਾ। ਕਿਉਂ? ਕਿਉਂਕਿ ਮਾਰੇ ਕਹਿੰਦੇ ਨੇ, ਗ੍ਰਹਿ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜਹੂ ਬੇਕਾਰ ਨਾ ਛੋਟਈ, ਪਾਪੀ ਮਨ ਮੰਦਾ। ਜਦੋਂ ਮਨ ਮਾੜਾ ਵਾ, ਮਨ ਹੀ ਮੈਲਾ ਵਾ, ਮਾਰੇ ਕਹਿੰਦੇ ਭਾਵੇਂ ਪਹਾੜਾਂ ਤੇ ਚੜ ਜਾਓ, ਭਾਵੇਂ ਖੱਡਾਂ 'ਚ ਵੜ ਜਾਓ, ਭਾਵੇਂ ਬਰਫ਼ 'ਚ ਬਹਿ ਜਾਓ, ਭਾਵੇਂ ਜੰਗਲਾਂ 'ਚ ਚਲੇ ਜਾਓ, ਬੰਦੇ ਦਾ ਮਨ ਬੰਦੇ ਦੇ ਨਾਲ ਹੀ ਜਾਣਾ ਵਾ। ਜੇ ਮਨ ਚੰਗਾ ਵਾ ਤੇ ਬੰਦਾ ਸਾਰੇ ਥਾਂ ਹੀ ਚੰਗਾ ਵਾ, ਜੇ ਮਨ ਮੈਲਾ ਵਾ ਤੇ ਬੰਦਾ ਸਾਰੇ ਥਾਂ ਹੀ ਮੈਲਾ। ਥਾਂ ਕੋਈ ਵੀ ਨਹੀਂ ਚੰਗਾ ਤੇ ਕੋਈ ਵੀ ਨਹੀਂ ਮਾੜਾ। ਧਰਤੀ ਦੀ ਤੇ ਗੱਲ ਹੀ ਕੋਈ ਨਹੀਂ। ਇੱਕ ਭਾਈ ਗੁਰਦਾਸ ਜੀ ਨੇ ਬਚਨ ਲਿਖਿਆ ਹੋਇਆ ਬੜੇ ਕਮਾਲ ਦਾ। ਉਹ ਆਂਦੇ ਆ ਕਿ ਨਾ ਤੇ ਖਾਨਦਾਨ ਵੇਖਿਆ ਜਾਏਗਾ ਕਿ ਸਾਧੂਆਂ ਦੇ ਘਰ ਅੱਗੋਂ ਸਾਧ ਹੀ ਪੈਦਾ ਹੋਣੇ ਆ, ਇਹ ਵੀ ਨਹੀਂ ਗੱਲ ਪੱਕੀ। ਉਹ ਕਹਿੰਦੇ ਆ ਸਾਧੂਆਂ ਦੇ ਘਰ ਸਾਧੂ ਪੈਦਾ ਨਹੀਂ ਹੋਣਗੇ, ਤੇ ਰਾਖਸ਼ਾਂ ਦੇ ਘਰ ਗਾਂ ਅੱਗੋਂ ਰਾਖਸ਼ ਨਹੀਂ ਪੈਦਾ ਹੋਣਗੇ। ਇਹ ਨਹੀਂ ਕੋਈ ਹੋਊਗਾ ਵੀ ਫਲਾਣੀ ਧਰਤੀ ਬੜੀ ਪਵਿੱਤਰ ਵਾ ਤੇ ਉੱਥੇ ਸਾਰੇ ਪਵਿੱਤਰ ਹੀ ਲੋਕ ਰਹਿੰਦੇ ਆ, ਤੇ ਇਹ ਵੀ ਨਹੀਂ ਹੋਊਗਾ ਵੀ ਫਲਾਣਾ ਥਾਂ ਬੜਾ ਮਾੜਾ ਵਾ ਤੇ ਉੱਥੇ ਸਾਰੇ ਮਾੜੇ ਹੀ ਰਹਿੰਦੇ ਆ। ਭਾਈ ਗੁਰਦਾਸ ਜੀ ਕਹਿੰਦੇ ਆ, ਵੇਖੋ ਕਾਦਰ ਦੇ ਕੰਮ, ਕੁਦਰਤ ਦੇ ਕੰਮ, ਪਰਮੇਸ਼ਰ ਦੇ। ਰਾਖਸ਼ਾਂ ਦੇ ਘਰ ਉਹਨਾਂ ਨੇ ਸੰਤ ਪੈਦਾ ਕਰ ਦਿੱਤਾ। ਆ ਹੁਣ ਹੋਲੀਆਂ ਲੰਘੀਆਂ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਘਰ ਹਰਨਾਕਸ਼ ਦੈਨ ਦੇ ਕਲਰ ਕਵਲ ਭਗਤ ਪ੍ਰਹਿਲਾਦ। ਰਾਖਸ਼ਾਂ ਦੇ ਘਰ ਰਾਖਸ਼ਿਤ ਨਹੀਂ ਨਾ ਪੈਦਾ ਹੋਏ, ਰਾਖਸ਼ਾਂ ਦੇ ਘਰ ਉਹਨਾਂ ਨੇ ਇੱਕ ਸੰਤ ਪੈਦਾ ਕਰ ਦਿੱਤਾ ਜਿਹਦਾ ਨਾਮ ਸੀ ਭਗਤ ਪ੍ਰਹਿਲਾਦ ਜੀ। ਤੇ ਇੱਕ ਪਾਸੇ ਜਿਹੜੇ ਦੇਵਤੇ ਜਿਨ੍ਹਾਂ ਦਾ ਲੋਕੀ ਸਤਿਕਾਰ ਕਰਦੇ ਸੀ, ਅਦਬ ਕਰਦੇ ਸੀ, ਭਾਈ ਗੁਰਦਾਸ ਜੀ ਕਹਿੰਦੇ ਨੇ, ਦੇਵ ਕੁਲ ਜਗ ਮੈਂ ਸਨਿਚਰ ਬਖਾਨੀਆਂ। ਦੇਵਤਿਆਂ ਦੀ ਕੁਲ ਦੇ ਵਿੱਚ ਸਨਿਚਰ ਪੈਦਾ ਹੋ ਗਿਆ ਜਿਹਦਾ ਨਾਮ ਲੈ ਕੇ ਰਾਜੀ ਨਹੀਂ ਕੋਈ। ਇਹ ਨਹੀਂ ਕੋ ਕਹਿ ਸਕਦਾ ਕਿ ਭਲਿਆਂ ਦੇ ਘਰ ਭਲੇ ਹੀ ਪੈਦਾ ਹੋਣੇ ਆ ਤੇ ਬੁਰਿਆਂ ਦੇ ਘਰ ਬੁਰੇ ਹੀ ਪੈਦਾ ਹੋਣੇ ਆ। ਇਹ ਨਹੀਂ ਕੋ ਕਹਿ ਸਕਦਾ ਫਲਾਣੀ ਧਰਤੀ ਬੜੀ ਪਵਿੱਤਰ ਆ ਤੇ ਫਲਾਣੀ ਧਰਤੀ ਬੜੀ ਮਾੜੀ, ਕਿਉਂਕਿ ਭਾਈ ਗੁਰਦਾਸ ਜੀ ਕਹਿੰਦੇ ਨੇ, ਲੰਕਾ ਸਾਰੀ ਰਾਖਸ਼ਾਂ ਦੇ ਨਾਲ ਭਰੀ ਹੋਈ ਸੀ। ਉਹ ਧਰਤੀ ਨੂੰ ਸਾਰੇ ਕਹਿੰਦੇ ਸੀ ਇਹ ਧਰਤੀ ਤੇ ਰਾਖਸ਼ੀ ਰਹਿੰਦੇ ਆ, ਤੇ ਲੰਕਾ ਦੇ ਵਿੱਚ ਭਬੀਖਣ ਵਰਗਾ ਭਗਤ ਪੈਦਾ ਹੋ ਗਿਆ। ਲੰਕਾ ਦੇ ਵਿੱਚ ਭਬੀਖਣ ਵਰਗਾ ਭਗਤ ਪੈਦਾ ਹੋ ਗਿਆ। ਤੇ ਆਹ ਪਟਨਾ ਜਰਾਸੰਧ ਦੀ ਧਰਤੀ, ਜਿਹਨੂੰ ਲੋਕੀ ਕਹਿੰਦੇ ਸੀ ਇਹ ਅੰਮ੍ਰਿਤ ਵਰਗੀ ਧਰਤੀ ਆ, ਤੇ ਭਾਈ ਗੁਰਦਾਸ ਜੀ ਕਹਿੰਦੇ ਅੰਮ੍ਰਿਤ ਵਰਗੀ ਧਰਤੀ ਦੇ ਵਿੱਚ ਜਰਾਸੰਧ ਵਰਗਾ ਇੱਕ ਕਰੂਪ ਰਾਜਾ, ਦੁਨੀਆ ਤੇ ਅਤਿਆਚਾਰ ਕਰਨ ਵਰਗਾ ਉਹ ਪੈਦਾ ਹੋ ਗਿਆ। ਇਹ ਤੇ ਕੋਈ ਕਹਿ ਹੀ ਨਹੀਂ ਸਕਦਾ ਵੀ ਕਿੰਨਾਂ ਦੇ ਘਰ ਕਿੰਨੇ ਗਾਂ ਪੈਦਾ ਹੋਣਾ। ਪਤਾ ਕੀ ਆ ਭਾਈ ਜੀ ਕਹਿੰਦੇ, ਨਾ ਕੋਈ ਖਾਨਦਾਨ ਬਹੁਤਾ ਚੰਗਾ ਤੇ ਨਾ ਕੋਈ ਖਾਨਦਾਨ ਮਾੜਾ, ਨਾ ਕੋਈ ਧਰਤੀ ਬਹੁਤੀ ਚੰਗੀ ਤੇ ਨਾ ਕੋਈ ਧਰਤੀ ਮਾੜੀ। ਚੰਗਾ ਮਾੜਾ ਕੀ ਆ? ਬੰਦੇ ਦਾ ਆਪਣਾ ਮਨ ਹੀ ਆ ਸਭ ਕੁਝ। ਜੇ ਮਨ ਚੰਗਾ ਵਾ ਤੇ ਬੰਦਾ ਚੰਗਾ ਵਾ, ਜੇ ਮਨ ਮੈਲਾ ਵਾ
ਤੇ ਬੰਦਾ ਜਿੱਥੇ ਮਰਜੀ ਤੁਰਿਆ ਫਿਰੇ, ਗੁਰੂ ਅਮਰਦਾਸ ਜੀ ਕਹਿੰਦੇ ਨੇ ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ। ਐਵੇਂ ਲੋਕੀ ਮਾਰੇ ਕਹਿੰਦੇ ਨੇ ਤੀਰਥਾਂ ਤੇ ਜਾ ਜਾ ਕੇ ਨਹਾਈ ਜਾਂਦੇ ਆ, ਐਵੇਂ ਲੋਕੀ ਜਾ ਜਾ ਕੇ ਤੇ ਆਪਣਾ ਸਮਾਂ ਬਰਬਾਦ ਕਰਦੇ ਆ। ਬਹੁਤਿਆਂ ਨੂੰ ਤੇ ਤੀਰਥਾਂ ਤੇ ਜਾਣ ਦਾ ਪਤਾ ਹੀ ਨਹੀਂ। ਮਹਾਰਾਜ ਨੇ ਰੋਕਿਆ ਹੋਇਆ ਵੀ ਤੀਰਥਾਂ ਤੇ ਨਹੀਂ ਜਾਣਾ ਫਟਾਫਟ। ਕਾਰਨ ਪਤਾ ਕੀ ਆ? ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਨਿਤਨੇਮੀ ਨਹੀਂ, ਜਿਹੜਾ ਬੰਦਾ ਸੰਗਤ ਕਰਨ ਵਾਲਾ ਨਹੀਂ, ਜਿਹੜਾ ਬੰਦਾ ਥੋੜੇ ਬਹੁਤੀ ਭਜਨ ਬੰਦਗੀ ਨਹੀਂ ਨਾ ਕਰਦਾ, ਉਹਦੀਆਂ ਅੱਖਾਂ ਵੀ ਸ਼ੁੱਧ ਨਹੀਂ, ਉਹਦੀ ਚਮੜੀ ਵੀ ਸ਼ੁੱਧ ਨਹੀਂ ਹੈਗੀ, ਕਿ ਗਿਆਨ ਇੰਦਰੀ ਆ, ਉਹ ਗਲਤ ਗਿਆਨ ਦੇਣਗੇ। ਜਿਹੜਾ ਸੰਗਤ ਨਹੀਂ ਕਰਨ ਵਾਲਾ ਬੰਦਾ, ਭਜਨ ਬੰਦਗੀ ਕਰਨ ਵਾਲਾ ਨਹੀਂ, ਉਹ ਤੀਰਥਾਂ ਤੇ ਜਾਏਗਾ, ਹੋ ਸਕਦਾ ਪਹਿਲੋਂ ਉਹਨਾਂ ਮੈਲਾ ਨਾ ਹੋਵੇ ਜਿੰਨਾ ਉੱਥੋਂ ਤੀਰਥ ਤੋਂ ਮੈਲਾ ਹੋ ਕੇ ਵਾਪਸ ਆਵੇ। ਇਹ ਗੱਲਾਂ ਬੜੀਆਂ ਡੂੰਘਾਈ ਵਾਲੀਆਂ, ਸਮਝਣ ਵਾਲੀਆਂ ਨੇ। ਬਹੁਤੇ ਲੋਕ ਇਹਨਾਂ ਗੱਲਾਂ ਨੂੰ ਐਕਸੈਪਟ ਨਹੀਂ ਕਰਦੇ, ਪਰ ਇਹ ਗੱਲਾਂ ਉਹ ਨੇ ਜਿਨ੍ਹਾਂ ਨੂੰ ਅਸੀਂ ਗੁਰਮਤ ਕਹਿੰਦੇ ਆ। ਤੇ ਗੁਰਮਤ ਨੂੰ ਭਾਈ ਗੁਰਦਾਸ ਜੀ ਨੇ ਆਖਿਆ ਵੀ ਇਹ ਕੌੜ ਵਾ, ਇਹਨੂੰ ਥੋੜੀ ਕੀਤਿਆਂ ਕੋਈ ਲੈ ਕੇ ਰਾਜੀ ਨਹੀਂ। ਹੋ ਸਕਦਾ ਤੀਰਥ ਤੇ ਜਾਣ ਤੋਂ ਪਹਿਲਾਂ ਬੰਦਾ ਇੰਨਾ ਮੈਲਾ ਨਹੀਂ ਸੀ, ਤੇ ਤੀਰਥ ਤੇ ਸ਼ੁੱਧ ਹੋਣ ਗਿਆ ਸੀ, ਬਹੁਤਾ ਮੈਲਾ ਹੋ ਕੇ ਆ ਗਿਆ। ਕਿਉਂ ਮੈਲਾ ਹੋ ਕੇ ਆ ਗਿਆ? ਭਾਈ ਗੁਰਦਾਸ ਜੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਮਨ ਵਿੱਚ ਵਲਛਲ ਵਾ, ਖੋਟ ਵਾ, ਝੋਲਾ ਫੜ ਕੇ ਤੀਰਥਾਂ ਨੂੰ ਤੁਰਿਆ ਜਾ ਰਿਹਾ, ਤੇ ਤਨ ਇਹਦਾ ਚੋਰ ਵਾ। ਤਨ ਕੀ ਚੋਰ ਵਾ? ਤੁਰਿਆ ਜਾਂਦਾ ਸੰਗਤ ਦੇ ਨਾਲ ਨਾਲ। ਜੇ ਮਨੁੱਖ ਵਾ, ਉਹ ਟੀਰੀ ਅੱਖੀ ਚੋਰ ਅੱਖੀ ਇਸਤਰੀਆਂ ਦੇ ਸਰੀਰ ਵੱਲ ਵੇਖਦਾ ਤੇ ਆਂਦਾ ਕਿਸ ਨੂੰ ਪਤਾ ਤਾਂ ਨਹੀਂ ਲੱਗਣ ਦਿੱਤਾ ਮੈਂ, ਉਹ ਚੋਰੀ ਵੇਂਦਾ। ਜੇ ਇਸਤਰੀ ਸਰੀਰ ਵਾ, ਉਹ ਚੋਰੀ ਅੱਖ ਬਚਾ ਕੇ ਮਰਦਾਂ ਵੱਲ ਵੇਖ ਕੇ ਮਨ ਮੈਲਾ ਕਰ ਰਹੇ ਨੇ। ਤੇ ਮਾਰੇ ਕਹਿੰਦੇ ਨੇ, ਹੋ ਸਕਦਾ ਵੀ ਜਦੋਂ ਘਰੋਂ ਤੁਰੇ ਸੀ ਝੋਲਾ ਲੈ ਕੇ, ਉਹਨੇ ਮੈਲੇ ਨਾ ਹੋਣ, ਸਾਰੀ ਦੁਨੀਆ ਵੱਲ ਝਾਤੀਆਂ ਮਾਰ ਮਾਰ ਕੇ ਤੇ ਉੱਥੋਂ ਬਹੁਤੀ ਮੈਲ ਚੁੱਕ ਕੇ ਵਾਪਸ ਆ ਗਏ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਸਨਾਤਿਆਂ ਦੋਏ ਭਾ ਚੜੀਆ ਸਹੋਰ। ਹੋ ਸਕਦਾ ਇੱਕ ਅੱਧਾ ਪਾਪ ਇਹਨਾਂ ਦਾ ਨਹਾਤਿਆਂ ਲੱਥ ਗਿਆ, ਤੇ ਕਈ ਉੱਥੋਂ ਪੰਡ ਬਣ ਕੇ ਤੇ ਸਿਰ ਤੋਂ ਵਾਪਸ ਲੈ ਕੇ ਆ ਗਏ। ਫਿਰ ਕੀ ਫਾਇਦਾ ਹੋਇਆ? ਅਜੇ ਕਿਤੇ ਵੀ ਨਹੀਂ ਜਾਣਾ। ਸਭ ਤੋਂ ਪਹਿਲਾਂ ਕਰਨ ਵਾਲਾ ਕੰਮ ਕੀ ਆ? ਮਾਰੇ ਕਹਿੰਦੇ ਆ, ਕਰਨ ਵਾਲਾ ਕੰਮ ਆ ਵੀ ਪਹਿਲਾਂ ਆਪਣੀਆਂ ਅੱਖਾਂ ਠੀਕ ਕਰੋ, ਪਹਿਲਾਂ ਆਪਣੀ ਚਮੜੀ ਠੀਕ ਕਰੋ। ਚਮੜੀ ਦਾ ਸਪਰਸ਼ ਕੀ ਆ? ਇਹ ਪੰਜਵਾਂ ਗਿਆਨ ਇੰਦਰਾ। ਸੰਗਤ ਵਿੱਚ ਇਹ ਗੱਲਾਂ ਕਰਨੀਆਂ ਬੜੀਆਂ ਜ਼ਰੂਰੀ ਨੇ। ਇਹ ਪੰਜਵਾਂ ਗਿਆਨ ਇੰਦਰਾ ਚਾਹੁੰਦਾ ਸਾਰਿਆਂ ਨੂੰ ਪਤਾ। ਇਹਦਾ ਚਮੜੀ ਦਾ ਸਪਰਸ਼ ਇੰਨਾ ਮਾੜਾ ਕਿ ਚੰਗੇ ਭਲੇ ਬੰਦੇ ਡੋਲ ਜਾਂਦੇ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ। ਮਾਰੇ ਕਹਿੰਦੇ ਨੇ, ਭੀੜ ਚੋਂ ਦੀ ਬੰਦਾ ਲੰਘ ਰਿਹਾ, ਭੀੜ ਦੇ ਵਿੱਚੋਂ ਦੀ ਬੰਦਾ ਲੰਘ ਰਿਹਾ, ਬੰਦਗੀ ਤੋਂ ਹੀਣਾ ਵਾ, ਨਿਤਨੇਮ ਤੋਂ ਹੀਣਾ ਵਾ, ਉਹਨਾਂ ਅਜੇ ਤਪ ਨਹੀਂ। ਬੰਦਾ ਬੰਦੇ ਦੇ ਲਾਗੋਂ ਦੀ ਖਹਿ ਕੇ ਲੰਘਿਆ ਤੇ ਕੋਈ ਗੱਲ ਨਹੀਂ, ਇਸੇ ਚਮੜੀ ਦੇ ਨਾਲ ਦੂਜੇ ਇਸਤਰੀ ਦਾ ਸਰੀਰ ਕਿਤੇ ਲੱਗ ਗਿਆ ਮਾੜਾ ਜਿਹਾ, ਉਸੇ ਵੇਲੇ ਹੀ ਮਨ ਮੈਲਾ ਹੋ ਜਾਣਾ। ਉਹ ਮਨ ਮੈਲਾ ਹੁੰਦਿਆਂ ਸਾਰ ਭਾਵੇਂ 5 ਦਿਨ ਤੀਰਥ ਤੇ ਰਵੇ, ਭਾਵੇਂ 10 ਦਿਨ ਤੀਰਥ ਤੇ ਰਵੇ, ਗਿਆ ਸੀ ਪਾਪ ਲਾਉਣ, ਉਥੋਂ ਕਈ ਪਾਪ ਚੁੱਕ ਕੇ ਤੇ ਵਾਪਸ ਲੈ ਕੇ ਆ ਗਏ। ਕੋਈ ਥਾਂ ਚੰਗਾ ਨਹੀਂ ਤੇ ਕੋਈ ਥਾਂ ਮਾੜਾ ਨਹੀਂ। ਮਨ ਹੀ ਬੰਦੇ ਦਾ ਚੰਗਾ ਵਾ ਤੇ ਮਨ ਹੀ ਬੰਦੇ ਦਾ ਮਾੜਾ। ਜਿਹੜਾ ਇੱਥੇ ਮੈਲਾ ਵਾ, ਉਹ ਤੀਰਥਾਂ ਤੇ ਵੀ ਮੈਲਾ ਵਾ। ਜਿਹੜਾ ਇੱਥੇ ਚੰਗਾ ਵਾ, ਉਹ ਉੱਥੇ ਵੀ ਚੰਗਾ ਵਾ। ਮਾਰੇ ਕਹਿੰਦੇ ਨੇ, ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ, ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ। ਕਿਸੇ ਵਿਰਲੇ ਗੁਰਮੁਖ ਨੇ ਸਮਝਿਆ ਵਾ ਭਈ ਮਨ ਨੂੰ ਸ਼ੁੱਧ ਕਿਵੇਂ ਕੀਤਾ ਜਾ ਸਕਦਾ। ਗੱਲ ਮੈਂ ਵਿਚਾਰ ਕੋਈ ਹੋਰ ਰੱਖਣੀ ਸੀ, ਪਰ ਜੋ ਗੁਰੂ ਕਰਾਵੇ, ਗੁਰੂ ਕੀ ਹਜ਼ੂਰੀ ਵਿੱਚ ਕੀ ਅੱਗੋਂ ਪਿੱਛੋਂ ਵੀ ਕਿਸੇ ਦਾ ਜ਼ੋਰ ਨਹੀਂ ਚੱਲਦਾ। ਮਹਾਰਾਜ ਜੋ ਕਰਾਉਣ ਉਹ ਕੁਛ ਹੀ ਹੁੰਦਾ। ਸਾਹਿਬ ਕਹਿੰਦੇ ਨੇ, ਫਿਰ ਕੀ ਖੱਟਿਆ ਉੱਥੇ ਜਾ ਕੇ? ਕੁਛ ਵੀ ਨਹੀਂ, ਬੁਰਾ ਬਣ ਕੇ ਆ ਗਿਆ ਵਾਂ। ਇਹਦੇ ਨਾਲੋਂ ਚੰਗੀ ਗੱਲ ਇਹ ਆ ਕਿ ਮਨ ਗੁਰੂ ਨਾਨਕ ਸਾਹਿਬ ਜੀ ਨੂੰ ਜਦੋਂ ਜੋਗੀ ਮਿਲੇ, ਜਪਜੀ ਸਾਹਿਬ ਜੀ ਦੀ ਆਪ ਬਾਣੀ ਰੋਜ਼ ਪੜ੍ਹਨ ਵਾਲੇ ਸਿੱਖ ਬੈਠੇ ਹੋਏ, ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਨੇ, ਸਦੀਆਂ ਤੋਂ ਜੋਗ ਧਰਮ ਸਭ ਤੋਂ ਉੱਤਮ ਮੰਨਿਆ ਗਿਆ। ਤੁਸੀਂ ਇੱਕ ਨਵਾਂ ਧਰਮ ਚਲਾ ਦਿੱਤਾ ਦੁਨੀਆ ਤੇ, ਤੁਸੀਂ ਕਿਉਂ ਨਹੀਂ ਜੋਗ ਮਤ ਨੂੰ ਧਾਰਨ ਕੀਤਾ ਹੋਇਆ? ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅਸੀਂ ਜੋਗੀ ਆ। ਉਹ ਆਂਦੇ ਆ, ਕਿੱਦਾਂ ਦੇ ਜੋਗੀ ਹੋ ਤੁਸੀਂ? ਜੋਗੀ ਦਾ ਅਰਥ ਹੁੰਦਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਬੰਦਾ। ਪਰਮਾਤਮਾ ਨਾਲ ਜਿਹੜਾ ਜੁੜਿਆ ਵਾ ਉਹ ਜੋਗੀ ਆ। ਔਰ ਆ ਜਿਹੜੇ ਤੁਸੀਂ ਬੈਠੇ ਹੋਏ ਹੋ ਨਾ,
ਤੁਹਾਨੂੰ ਸਾਰਿਆਂ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਇਹ ਸਾਰੇ ਮੇਰੇ ਜੋਗੀ ਨੇ। ਗੁਰੂ ਅਰਜਨ ਦੇਵ ਜੀ ਦੀ ਕਥਾ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਲਿਖ ਕੇ ਤੇ ਆਖਿਆ, ਗੁਰਸਿੱਖ ਜੋਗੀ ਜਾਗਦੇ, ਮਾਇਆ ਅੰਦਰ ਕਰਨ ਉਦਾਸੀ, ਕੰਨੀ ਮੁੰਦਰਾ ਮੰਤਰ ਗੁਰ, ਸੰਤਾਂ ਧੂੜ ਵਿਭੂਤ ਸੁਲਾਸੀ। ਉਹ ਬੜੀ ਕਥਾ ਲਿਖੀ ਹੋਈ ਆ। ਇਹ ਗੁਰੂ ਕੇ ਸਿੱਖ ਸਾਰੇ ਜੋਗੀ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੂੰ ਉਹਨਾਂ ਨੇ ਆਖਿਆ, ਜਦੋਂ ਜੋਗਮਾਤੀ ਸਭ ਤੋਂ ਉੱਤਮ ਆ ਤੇ ਤੁਸੀਂ ਗ੍ਰਸਤੀ ਧਰਮ ਚਲਾ ਦਿੱਤਾ ਵਾ, ਗ੍ਰਸਤ ਨੂੰ ਤੁਸੀਂ ਇੰਨਾ ਪ੍ਰਧਾਨ ਕਰ ਦਿੱਤਾ ਵਾ ਵੀ ਗ੍ਰਸਤ ਦੇ ਵਿੱਚ ਤੇ ਚਿੰਤਾ ਹੀ ਨਹੀਂ ਮੁੱਕਦੀਆਂ, ਬੰਦੇ ਦੀਆਂ ਪਰੇਸ਼ਾਨੀਆਂ ਨਹੀਂ ਮੁੱਕਦੀਆਂ। ਤੁਸੀਂ ਨਿਆਣਿਆਂ ਵਾਲੇ ਜੇ ਗਾਂ ਨਿਆਣੇ ਵਿਆਹੋਗੇ, ਪੁੱਤਰਾਂ ਦੀ ਚਿੰਤਾ ਮੁੱਕੀ ਨਹੀਂ, ਅੱਗੋਂ ਤੁਹਾਨੂੰ ਪੋਤਰਿਆਂ ਦੀ ਚਿੰਤਾ ਪੈ ਜਾਣੀ ਆ। ਤੁਸੀਂ ਕਿੱਥੋਂ ਰੱਬ ਨੂੰ ਪਾ ਲੈਣਾ? ਉਹਨਾਂ ਗੁਰੂ ਨਾਨਕ ਸਾਹਿਬ ਜੀ ਨੂੰ ਆਖਿਆ, ਜੋਗੀ ਬਣੋ। ਮਹਾਰਾਜ ਨੇ ਆਖਿਆ, ਅਸੀਂ ਜੋਗੀ ਹਾਂ। ਕਿੱਦਾਂ ਦੇ ਜੋਗੀ? ਨਾ ਕੋਈ ਮੁੰਦਰਾਂ, ਨਾ ਕੋਈ ਡੰਡਾ, ਨਾ ਖੱਫਰ। ਫਿਰ ਜਪਜੀ ਸਾਹਿਬ ਜੀ ਦੇ ਅੰਦਰ 100 ਦਰ ਦੀ ਪੌੜੀ ਤੋਂ ਅਗਲੇ ਪਾਸੇ 4 ਪੌੜੀਆਂ ਜੋਗੀਆਂ ਦੇ ਨਾਲ ਵਿਚਾਰ ਹੋਈ। ਮਹਾਰਾਜ ਕਹਿੰਦੇ, ਜਿਹੜੀਆਂ ਅਸੀਂ ਮੁੰਦਰਾਂ ਪਾਈਆਂ ਸੁਣੋ। ਮੁੰਦਾ ਸੰਤੋਖ, ਸਰਮਪਤ ਝੋਲੀ, ਧਿਆਨ ਕੀ ਕਰਹਿ ਵਿਭੂਤ। ਮਹਾਰਾਜ ਕਹਿੰਦੇ ਨੇ, ਅਸੀਂ ਸੰਤੋਖ ਧਾਰਨ ਕੀਤਾ ਹੋਇਆ, ਸੰਤੋਖੀ ਲੋਕ ਵਾਂ ਅਸੀਂ। ਜਿਹੜਾ ਬੰਦਾ ਸੰਤੋਖੀ ਆ, ਉਹਨੇ ਕੰਨਾਂ ਵਿੱਚ ਇਹ ਸੰਤੋਖ ਦੀਆਂ ਮੁੰਦਰਾਂ ਪਾਈਆਂ। ਮਹਾਰਾਜ ਕਹਿੰਦੇ ਨੇ, ਤੁਸੀਂ ਕੀ ਕਰਦੇ ਹੋ? ਘਰ ਘਰ ਵਿੱਚ ਬਾਟਾ ਲੈ ਲੈ ਕੇ ਤੇ ਮੰਗਦੇ ਫਿਰਦੇ ਹੋ। ਸਾਰਿਆਂ ਘਰਾਂ ਦੇ ਕੋਲੋਂ ਮੰਗ ਕੇ ਤੇ 6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰਕੇ ਤੇ ਪਹਾੜਾਂ ਤੇ ਚੜ ਜਾਂਦੇ ਜੇ, ਤੇ ਜਾਣ ਲੱਗਿਆਂ ਗ੍ਰਸਤੀਆਂ ਨੂੰ ਇੰਨਾ ਮਾੜਾ ਬੋਲਦੇ ਜੇ ਤੇ ਉਹਨਾਂ ਦੀ ਨਿੰਦਿਆ ਕਰਦੇ ਜੇ ਵੀ ਗ੍ਰਸਤੀ ਬਹੁਤ ਮਾੜੇ, ਗ੍ਰਸਤੀ ਬਹੁਤ ਮਾੜੇ। ਤੇ ਮਾਰੇ ਕਹਿੰਦੇ ਨੇ, ਜੇ ਤੇ ਗ੍ਰਸਤੀ ਮਾੜੇ ਨੇ ਤੇ ਇਹਨਾਂ ਦੇ ਬੂਹਿਆਂ ਤੇ ਮੰਗਣ ਨਾ ਆਓ, ਤੇ ਜੇ ਇਹਨਾਂ ਬਿਨਾਂ ਤੁਹਾਡਾ ਸਰਦਾ ਨਹੀਂ ਤੇ ਫਿਰ ਗ੍ਰਸਤੀਆਂ ਨੂੰ ਕਦੀ ਮੰਦਾ ਨਾ ਕਹੋ। ਸਾਹਿਬ ਕਹਿੰਦੇ ਨੇ, ਇਹਨਾਂ ਦੀ ਨਿੰਦਿਆ ਕਰਦੇ ਰਹਿੰਦੇ ਜੇ ਤੇ ਇਹਨਾਂ ਦੇ ਬੂਹਿਆਂ ਤੇ ਆਣ ਕੇ ਮੁੜ ਕੇ ਮੰਗਣ ਆ ਜਾਂਦੇ ਜੇ ਤੁਸੀਂ। ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਆਖਿਆ, ਤੁਹਾਡੇ ਵਾਂਗ ਅਸੀਂ ਮੰਗਣ ਨਹੀਂ ਚੜ੍ਹਦੇ, ਨਾ ਮੇਰੇ ਸਿੱਖ ਮੰਗਣ ਜਾਣਗੇ। ਇਹੋ ਹੀ ਇੱਕ ਸਿਧਾਂਤ ਆ ਪੂਰੇ ਵਰਲਡ ਦੇ ਵਿੱਚ। ਹਰ ਬੰਦਾ ਕਿਤੇ ਨਾ ਕਿਤੇ ਤੁਰਿਆ ਰਹਿੰਦਾ। ਇੱਕ ਕਲਗੀਧਰ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਵਾ, ਜਿਹੜਾ ਭੀਖ ਨਹੀਂ ਮੰਗਦਾ। ਜੇ ਤੇ ਇਦਾਂ ਦੇ ਸਿੱਖ ਵੀ ਹੈਗੇ ਆ ਜਿਨ੍ਹਾਂ ਦੀਆਂ ਲੱਤਾਂ ਵੀ ਨਹੀਂ ਕੰਮ ਕਰਦੀਆਂ, ਉਹ ਵੀ ਕੋਈ ਨਾ ਕੋਈ ਕੰਮ ਕਰਕੇ, ਕਾਰੋਬਾਰ ਕਰਕੇ ਤੇ ਫਿਰ ਉਹ ਰੋਟੀ ਖਾਂਦਾ ਨਹੀਂ ਤੇ ਮੰਗਦਾ ਨਹੀਂ ਕੋਈ। ਜੋ ਰੱਬ ਦਵੇ ਉਹਦੇ ਉੱਤੇ ਜਿਹੜਾ ਸਤ ਸ਼ੁਕਰ ਕਰੇ, ਉਹ ਬੰਦਾ ਸੰਤੋਖੀ ਆ। ਤੇ ਮਾਰੇ ਕਹਿੰਦੇ ਨੇ, ਸੰਤੋਖ ਦੀਆਂ ਮੁੰਦਰਾਂ ਪਹਿਨੀਆਂ ਹੋਈਆਂ ਨੇ ਅਸੀਂ। ਮੁੰਦਾ ਸੰਤੋਖ, ਸਰਮਪਤ ਝੋਲੀ। ਪਤ ਦਾ ਭਾਵ ਆ ਭਾਂਡਾ, ਜਿਹੜਾ ਭਿੱਖਿਆ ਮੰਗਣ ਵਾਲਾ। ਮਾਰੇ ਕਹਿੰਦੇ ਨੇ, ਮਿਹਨਤ ਦਾ ਭਾਂਡਾ ਵਾ ਸਾਡੇ ਕੋਲ, ਕਮਾਈ ਕਰਕੇ ਖਾਂਦੇ ਆ, ਮਿਹਨਤ ਕਰਕੇ ਖਾਂਦੇ ਆ। ਤੁਹਾਡੇ ਵਾਂਗੂ ਧਰਮ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਭਰਮਾ ਕੇ ਕਿਸੇ ਤੇ ਸਨਿਚਰਵਾਰ ਚੜ ਗਿਆ ਜੀ, ਤੇਰੇ ਤੇ ਫਲਾਣਾ ਢਾਈਆ ਚੜ ਗਿਆ, ਤੇਰੇ ਤੇ ਫਲਾਣਾ ਗ੍ਰਹਿ ਚੜ ਗਿਆ। ਮਾਰੇ ਕਹਿੰਦੇ, ਤੁਹਾਡੇ ਵਰਗੇ ਕੰਮ ਨਹੀਂ ਅਸੀਂ ਕਰਦੇ, ਇਹ ਕੰਮ ਇੱਥੇ ਹੈ ਹੀ ਨਹੀਂ। ਮੁੰਦਾ ਸੰਤੋਖ, ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਮੇਰਾ ਸਿੱਖ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਦਾ ਜਪ ਕਰਦਾ ਤੇ ਉਹਦੇ ਵਿੱਚ ਧਿਆਨ ਜੋੜਦਾ ਨਾ, ਮਾਰੇ ਕਹਿੰਦੇ ਨੇ, ਇਹ ਮੇਰੇ ਸਿੱਖਾਂ ਨੇ ਵਿਭੂਤੀ ਮਲੀ ਹੋਈ, ਧਿਆਨ ਜੋੜਨ ਦੀ ਵਿਭੂਤੀ। ਤੇ ਅੱਗੋਂ ਖਿੰਥਾ ਕਾਲ, ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਮਾਰੇ ਕਹਿੰਦੇ ਨੇ, ਮੌਤ ਨੂੰ ਚੇਤੇ ਰੱਖਣਾ, ਗੋਦੜੀ ਪਾਈ ਹੋਈ ਆ। ਖਿੰਥਾ ਕਾਲ, ਕੁਵਾਰੀ ਕਾਇਆ ਜੁਗਤ। ਇਹ ਪੰਕਤੀ ਮੈਂ 2 ਵਾਰੀ ਤਾਂ ਪੜ੍ਹੀ ਆ। ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਜ਼ਿਆਦਾਤਰ ਸਿੱਖ ਇਦਾਂ ਪੜ੍ਹਦੇ ਆ, ਖਿੰਥਾ ਕਾਲ, ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਇਹ ਵਿਸਰਾਮ ਨਹੀਂ ਲੱਗਦੇ ਸਹੀ, ਇਹਦਾ ਅਰਥ ਨਹੀਂ ਬਣਦਾ। ਇਹਨੂੰ ਇੰਜ ਪੜ੍ਹਨਾ, ਖਿੰਥਾ ਕਾਲ, ਇੱਥੇ ਰੁਕ ਜਾ। ਇੱਕ ਅਰਥ ਬਣ ਗਿਆ। ਇੱਕ ਗੱਲ 2 ਅੱਖਰਾਂ 'ਚ ਹੀ ਮਹਾਰਾਜ ਨੇ ਕਹਿ ਦਿੱਤੀ ਹੈ। ਖਿੰਥਾ ਕਾਲ, ਅੱਗੋਂ ਕਹਿਣਾ ਕੁਵਾਰੀ ਕਾਇਆ ਜੁਗਤ, ਫੇਰ ਰੁਕਣਾ, ਉੱਥੇ ਵਿਸ਼ਰਾਮ ਲਾਉਣਾ। ਫੇਰ ਕਹਿਣਾ ਡੰਡਾ ਪ੍ਰਤੀਤ। ਇੱਕ ਪੰਕਤੀ ਵਿੱਚ 2 ਵਾਰੀ ਰੁਕਣਾ, ਕਿਉਂਕਿ ਇੱਕ ਪੰਕਤੀ ਵਿੱਚ 3 ਅਰਥ ਗੁਰੂ ਨਾਨਕ ਸਾਹਿਬ ਨੇ ਰੱਖੇ। ਖਿੰਥਾ ਕਾਲ, ਕੁਵਾਰੀ ਕਾਇਆ ਜੁਗਤ, ਡੰਡਾ ਪ੍ਰਤੀਤ। ਮਹਾਰਾਜ ਕਹਿੰਦੇ ਨੇ, ਅਸੀਂ ਗੋਦੜੀ ਪਾਈ ਹੋਈ ਆ, ਹਰ ਵੇਲੇ ਆਪਣੇ ਸਮੇਂ ਨੂੰ ਚੇਤੇ ਰੱਖਦੇ, ਪਤਾ ਨਹੀਂ ਕਿਹੜੇ ਵੇਲੇ ਸਮਾਂ ਆ ਜਾਣਾ। ਨਾਮ ਜਪ, ਨਾਮ ਜਪ, ਨਾਮ ਜਪ। ਖਿੰਥਾ ਕਾਲ, ਕੁਵਾਰੀ ਕਾਇਆ ਜੁਗਤ। ਜੁਗਤ ਦਾ ਭਾਵ ਆ ਮਰਜ਼ਾਦਾ, ਰਹਿਤ, ਯੋਗ ਨੂੰ ਕਮਾਉਣ ਦਾ ਤਰੀਕਾ। ਉਹ ਤਰੀਕਾ ਕੀ ਆ? ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਅਸਾਂ ਤੇ ਸਾਡੇ ਸਿੱਖਾਂ ਨੇ ਆਪਣੀ ਕਾਇਆ ਨੂੰ ਕੁਵਾਰੀ ਰੱਖਿਆ ਹੋਇਆ। ਉਹਨਾਂ ਨੇ ਆਖਿਆ, ਪੁੱਤ ਪੋਤਰਿਆਂ ਵਾਲੇ ਹੋ ਗਏ ਜੇ ਤੇ ਅਜੇ ਤੁਹਾਡੀ ਕਾਇਆ ਕੁਵਾਰੀ ਆ।
ਮਾਰੇ ਕਹਿੰਦੇ ਨੇ ਕਾਇਆ ਕੁਵਾਰੀ ਦਾ ਮਤਲਬ ਇਹ ਆ ਜਿਸ ਕਾਇਆ ਦੇ ਉੱਤੇ ਕੋਈ ਕਲੰਕ ਨਾ ਹੋਵੇ, ਜਿਸ ਬੰਦੇ ਨੇ ਕੋਈ ਗਲਤੀ ਗੁਨਾਹ ਨਹੀਂ ਕਰਨਾ, ਉਹ ਭਾਵੇਂ ਪੁੱਤ ਪੋਤਰਿਆਂ ਪੜਪੋਤਰਿਆਂ ਵਾਲਾ ਵੀ ਹੋਵੇ, ਜਿਹੜਾ ਗੁਨਾਹ ਤੋਂ ਬਚਿਆ ਹੋਇਆ ਉਹਦੀ ਕਾਇਆ ਕੁਵਾਰੀ ਆ, ਕਿਉਂਕਿ ਉਹ ਬੇਦਾਗ ਆ, ਉਹਦੇ ਉੱਤੇ ਕਲੰਕ ਨਹੀਂ ਕੋਈ। ਇਹ ਮੈਂ ਇਦਾਂ ਦੇ ਜੋਗੀ ਪੈਦਾ ਕਰਨੇ ਆ। ਮਾਰੇ ਕਹਿੰਦੇ ਨੇ ਕਲੰਕ ਤੋਂ ਬਚੇ ਹੋਏ ਜੋਗੀ ਹੋਣਗੇ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ, ਪਰਮਾਤਮਾ ਤੇ ਇੰਨਾ ਭਰੋਸਾ ਰੱਖਣਗੇ ਕਿ ਉਹਦੇ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹਿੱਲ ਸਕਦਾ, ਤੇ ਇੱਕ ਤੋਂ ਬਿਨਾਂ ਕਿਸੇ ਦੇ ਅੱਗੇ ਹੱਥ ਨਹੀਂ ਜੋੜਨਗੇ, ਇੱਕ ਤੋਂ ਬਿਨਾਂ ਕਿਸੇ ਦੇ ਅੱਗੇ ਮੰਗਣ ਨਹੀਂ ਜਾਣਗੇ। ਬਾਰੇ ਕਹਿੰਦੇ ਨੇ ਇਹ ਹੱਥ ਵਿੱਚ ਡੰਡਾ ਫੜਿਆ ਹੋਇਆ, ਇਦਾਂ ਦੇ ਅਸੀਂ ਜੋਗੀ ਆ। ਫਿਰ ਉਹ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਉਹਨਾਂ ਨੂੰ ਕਹਿਣਾ ਪਿਆ ਸੀ, ਕਿਉਂਕਿ ਮਹਾਰਾਜ ਨੇ ਪਤਾ ਕੀ ਆਖਿਆ ਸੀ, ਮਨ ਤੋਂ ਗੱਲ ਸ਼ੁਰੂ ਹੋਈ ਸੀ। ਮਹਾਰਾਜ ਨੇ ਆਖਿਆ ਸੀ, ਗੋਰਖਨਾਥ ਜੋਗੀ ਕਿਹਨੂੰ ਬਣਾਉਣਾ ਈ? ਤਨ ਨੂੰ ਜੋਗੀ ਬਣਾਉਣਾ ਕਿ ਮਨ ਨੂੰ ਜੋਗੀ ਬਣਾਉਣਾ? ਤਨ ਤੇ ਸਾਰਿਆਂ ਦਾ ਇੱਥੇ ਰਹਿ ਜਾਣਾ, ਤਨ ਤੇ ਦਰਗਾਹ ਵਿੱਚ ਜਾਣਾ ਹੀ ਨਹੀਂ। ਮਹਾਰਾਜ ਕਹਿੰਦੇ ਨੇ ਤਨ ਨੂੰ ਜੋਗੀ ਨਹੀਂ ਬਣਾਉਣਾ, ਮਨ ਨੂੰ ਜੋਗੀ ਬਣਾਓ। ਜਿਨ੍ਹਾਂ ਦਾ ਮਨ ਜੁੜ ਗਿਆ ਉਹਨਾਂ ਨੂੰ ਘਰੋਂ ਨਿਕਲਣ ਦੀ ਲੋੜ ਨਹੀਂ, ਉਹ ਘਰ ਵੀ ਚੰਗੇ ਨੇ ਤੇ ਬਾਹਰ ਵੀ ਚੰਗੇ ਨੇ। ਮਹਾਰਾਜ ਕਹਿੰਦੇ ਜਿੱਥੇ ਉਹ ਜਾਏ ਤਿੱਥੈ ਉਹ ਸੁਰਖਰੂ, ਉਸ ਕੈ ਮੂੰਹ ਡਿਠੈ ਜਗਤ ਤਰਿਆ ਸਭ ਲੋੜੀਏ। ਜਿਹਦਾ ਮਨ ਠੀਕ ਹੋ ਗਿਆ, ਘਰ ਪੂਰੇ ਗੁਰੂ ਕੋਲੋਂ ਜੁਗਤੀ ਪੁੱਛ ਕੇ, ਮਾਰੇ ਕਹਿੰਦੇ ਨੇ ਉਹ ਕੱਲਾ ਆਪ ਹੀ ਨਹੀਂ ਤਰਦਾ, ਉਹ ਜਿੱਥੇ ਵੀ ਜਾਏਗਾ ਉਹਦਾ ਦਰਸ਼ਨ ਕਰਨ ਵਾਲੇ ਲੋਕ ਵੀ ਤਰ ਜਾਣਗੇ। ਨਾਮ ਦੀ ਕਲਾ ਇੰਨੀ ਵੱਡੀ ਆ। ਸਭ ਕੁਝ ਕੀ ਆ? ਸਭ ਵਡਿਆਈਆਂ ਕਿੱਥੇ ਨੇ? ਮਾਰੇ ਕਹਿੰਦੇ ਨੇ ਸਭ ਵਡਿਆਈਆਂ ਨਾਮ ਵਿੱਚ। ਜੇ ਨਾਮ ਚਿੱਤ ਲਾਈਏ, ਪੂਰੇ ਗੁਰੂ ਨੇ ਸਾਨੂੰ ਆਹ ਕੁਝ ਦੱਸਿਆ ਹੋਇਆ, ਤੁਹਾਨੂੰ ਕਿਤੇ ਵੀ ਨਹੀਂ ਜਾਣ ਦੀ ਲੋੜ। ਤੁਸੀਂ ਤੁਹਾਡੇ ਵੀ ਧੀਆਂ ਪੁੱਤ ਹੋਣੇ ਚਾਹੀਦੇ ਨੇ, ਧੀਆਂ ਪੁੱਤਾਂ ਦੇ ਗਾਂ ਅੱਗੋਂ ਧੀਆਂ ਪੁੱਤ ਹੋਣੇ ਚਾਹੀਦੇ ਨੇ, ਕਿਉਂਕਿ ਉਹਨਾਂ ਚਿਰ ਸੰਸਾਰ ਚੱਲਦਾ ਨਹੀਂ। ਗੁਰੂ ਗੋਰਖਨਾਥ ਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ, ਸਾਰੀ ਜ਼ਿੰਦਗੀ ਤੂੰ ਗ੍ਰਸਥ ਦੇ ਵਿਰੁੱਧ ਬੋਲਿਆ ਵਾ, ਸਾਰੀ ਜ਼ਿੰਦਗੀ। ਜਿੱਦਣ ਤੂੰ ਮਰ ਜਾਏਗਾ, ਆਪਣੀ ਗੱਦੀ ਤੇ ਬਿਠਾਉਣ ਵਾਸਤੇ ਜਿਹੜਾ ਪੁੱਤ ਚਾਹੀਦਾ ਉਹ ਵੀ ਕਿਸੇ ਗ੍ਰਸਤੀਆਂ ਦੇ ਘਰੋਂ ਆਉਣਾ, ਤੁਹਾਡੇ ਘਰੋਂ ਨਹੀਂ ਆਉਣਾ, ਕਿਉਂਕਿ ਤੁਸੀਂ ਤੇ ਵਿਆਹੇ ਹੀ ਨਹੀਂ। ਇਹ ਵੀ ਆਖਿਆ ਭਾਈ ਗੁਰਦਾਸ ਜੀ ਨੇ, ਬਾਬਾ ਨਾਨਕ ਦਾ ਬੋਲ ਲਿਖਿਆ, ਹੋਏ ਅਤੀਤ ਗ੍ਰਸਤ ਤਜ ਫਿਰ ਉਨਹੀ ਕੇ ਘਰ ਮੰਗਣ ਜਾਈ। ਉਹਨਾਂ ਨੂੰ ਗਾਲਾਂ ਕੱਢਦੇ ਹੋ ਸਾਰਾ ਦਿਨ ਵੀ ਗ੍ਰਸਤੀ ਚੰਗੇ ਨਹੀਂ, ਮੁੜ ਕੇ ਉਹਨਾਂ ਦੇ ਘਰ ਹੀ ਮੰਗਣ ਤੁਰ ਪੈਂਦੇ ਹੋ। ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਐਸੇ ਢੰਗ ਦੇ ਨਾਲ ਆਪਣੇ ਸਿੱਖ ਨੂੰ ਹਰ ਗੱਲ ਵਿੱਚ ਪੂਰਾ ਕਰ ਦਿੱਤਾ ਹੈ ਕਿ ਤੂੰ ਏਦਾਂ ਕਰ, ਧਰਮ ਦੀ ਕਿਰਤ ਕਰ, ਅੰਮ੍ਰਿਤ ਵੇਲਾ ਉੱਠ, ਉਸ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਗੁਰੂ ਕਰ ਦਿੱਤਾ ਹੋਇਆ ਨਿਤਨੇਮ ਕਰੇਗਾ, ਤੇਰਾ ਘਰ ਬੈਠਿਆ ਮਨ ਸ਼ੁੱਧ ਹੋਏਗਾ, ਕਿਰਤ ਵਿੱਚੋਂ ਵੰਡ ਕੇ ਛਕੇਗਾ। ਵੰਡ ਕੇ ਛਕਣ ਦੇ ਨਾਲ ਇਹਨਾਂ ਮੁਸ਼ਕਲਾਂ ਵਿਪਤਾਵਾਂ ਤੋਂ ਬਚਿਆ ਰਵੇਂਗਾ ਤੇ ਗੁਰੂ ਪਰਮੇਸ਼ਰ ਦੀ ਖੁਸ਼ੀ ਤੇਰੇ ਉੱਤੇ ਹੋਏਗੀ। ਰੋਜ਼ ਉੱਠ ਕੇ ਗੁਰੂ ਸਾਹਿਬ ਦਾ ਦਰਸ਼ਨ ਕਰਨ ਜਾ, ਸਾਧ ਸੰਗਤ ਵਿੱਚ ਬਹਿ। ਜਿਹੜਾ ਰੋਜ਼ ਸੰਗਤ ਵਿੱਚ ਜਾਂਦਾ, ਮਨ ਦੀ ਮੈਲ ਦੂਰ ਹੋ ਜਾਂਦੀ ਆ, ਸ਼ੁੱਧ ਹੋ ਕੇ ਸਦਾ ਵਾਸਤੇ ਪਰਮੇਸ਼ਰ ਨਾਲ ਮਿਲ ਜਾਂਦਾ। ਇਹ ਉਪਦੇਸ਼ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਿੱਖ ਨੂੰ ਬਖਸ਼ਿਆ ਹੈ। ਵਾਪੀ ਜੀ ਕੋਈ ਨਹੀਂ ਜੀ। ਅਸਲ ਗੱਲ ਇਹ ਆ, ਸਾਨੂੰ ਬੜਾ ਫਿਕਰ ਹੁੰਦਾ ਜਿਨ੍ਹਾਂ ਦੇ ਕੋਲ ਆਈਏ। ਜੇ ਕਿਸੇ ਨੂੰ ਪਰੇਸ਼ਾਨ ਕਰਕੇ ਉੱਠੇ ਤੇ ਕਥਾ ਕੀਰਤਨ ਕਾਹਦਾ ਹੋਇਆ? ਜਦੋਂ ਘਰ ਵਾਲੇ ਦੀ ਇੱਕ ਉਂਗਲ ਵੀ ਹਿਲਦੀ ਹੈ ਤੇ ਉਹ ਸਾਡੇ ਵਾਸਤੇ ਕਾਲ ਹੋ ਜਾਂਦੀ ਹੈ। ਸਾਡਾ ਧਿਆਨ ਹੁੰਦਾ ਨਾਲ ਨਾਲ ਵੀ ਕਿਸੇ ਨੂੰ ਪਰੇਸ਼ਾਨ ਨਹੀਂ, ਕਿਉਂਕਿ ਖੁਰਾਕ ਬੜੀ ਉੱਤਮ ਆ, ਤੇ ਧੱਕੇ ਨਾਲ ਵੀ ਮੂੰਹ 'ਚ ਪਾਈਏ ਤੇ ਉਹ ਵੀ ਨਹੀਂ ਗੱਲ ਬਣਦੀ। ਹੁਣ 15 ਮਿੰਟ ਉਹਨਾਂ ਕਿਹਾ। ਦੂਜਾ ਮੇਰੇ ਵੀਰ ਜੀ ਜੱਥਾ ਬੈਠਾ ਹੋਇਆ, ਉਹ ਵੀ ਆਣ ਕੇ ਮੇਰਾ ਬਾਰ-ਬਾਰ ਉਹਨਾਂ ਵੱਲ ਵੀ ਧਿਆਨ ਜਾ ਰਿਹਾ। ਲਓ 15 ਮਿੰਟ ਠੀਕ ਠੀਕ ਹੈ। ਲਓ ਮੈਂ ਹੁਣ ਗ੍ਰਸਤੀ ਦਾ ਇੱਕ ਬਚਨ ਹੋਰ ਆਪ ਜੀ ਨਾਲ ਸਾਂਝਾ ਕਰ ਦਿੰਦਾ। ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਮਾਂ ਪਿਓ ਆਏ ਆ। ਉਹ ਸਾਹਿਬ ਨੂੰ ਕਹਿੰਦੇ, ਮਹਾਰਾਜ ਜੀ ਆਹ ਸਾਡਾ ਪੁੱਤ ਆ ਤੇ ਇਹਨੂੰ ਅਸੀਂ ਕਹਿੰਦੇ ਆ ਵਿਆਹ ਕਰਾ। ਇਹ ਕਹਿੰਦਾ ਮੈਂ ਵਿਆਹ ਨਹੀਂ ਕਰਨਾ, ਮੈਂ ਸਾਧੂ ਬਣਨਾ, ਸਾਧੂਆਂ ਨਾਲ ਰਲਣਾ ਜਾ ਕੇ। ਤੇ ਮਹਾਰਾਜ ਜੀ ਕੱਲਾ ਕੱਲਾ ਪੁੱਤ ਆ, ਇਹ ਸਾਧੂਆਂ ਨਾਲ ਰਲ ਗਿਆ ਤੇ ਸਾਡਾ ਕੀ ਬਣੇਗਾ? ਮਹਾਰਾਜ ਕਹਿੰਦੇ ਨੇ ਬਹਿ ਪੁੱਤ। ਬਹਿ ਗਏ। ਮਹਾਰਾਜ ਕਹਿੰਦੇ ਨੇ ਪੁੱਤ ਤੂੰ ਸਾਧੂ ਕਿਉਂ ਬਣਨਾ? ਉਹ ਆਂਦਾ ਜੀ ਗ੍ਰਸਤੀਆਂ ਦੇ ਜੰਜਾਲ ਬੜੇ ਹੁੰਦੇ ਆ। ਲੋਕੀ ਗ੍ਰਸਤ ਨੂੰ ਜੰਜਾਲ ਹੀ ਕਹਿੰਦੇ ਰਹੇ, ਜਿਹਨੂੰ ਨਹੀਂ ਸਮਝ ਲੱਗੀ। ਜਿਹਨੂੰ ਸਮਝ ਲੱਗੀ ਉਹ ਗ੍ਰਸਤੀ ਧਰਮ ਬਣ ਗਿਆ ਉਹਦਾ। ਮਹਾਰਾਜ ਜੀ ਜੰਜਾਲ ਬੜੇ ਹੁੰਦੇ ਆ, ਮੈਂ ਇਸ ਕਰਕੇ ਇਹਨਾਂ ਜੰਜਾਲਾਂ ਵਿੱਚ ਪੈਣਾ ਨਹੀਂ। ਮੈਂ ਜੀਵਨ ਮੁਕਤੀ ਲੈਣੀ ਆ ਤੇ ਮਨ ਪਵਿੱਤਰ ਕਰਨਾ। ਮਨ ਦੀ ਗੱਲ ਸ਼ੁਰੂ ਹੋਈ ਸੀ। ਮਹਾਰਾਜ ਕਹਿੰਦੇ ਆ ਤੂੰ ਮਨ ਪਵਿੱਤਰ ਕਰਨਾ ਵਾ ਤੇ ਕੀ ਕਰਨਾ ਚਾਹੁੰਦਾ? ਉਹ ਆਂਦਾ ਤੁਸੀਂ ਦੱਸੋ। ਗ੍ਰਸਤੀ ਵਿੱਚ ਰਹਿ ਕੇ ਜੇ ਮਨ ਪਵਿੱਤਰ ਹੋ ਜਾਂਦਾ ਤਾਂ ਮੈਂ ਗ੍ਰਸਤੀ ਬਣ ਜਾਣਾ, ਤੇ ਜੇ ਗ੍ਰਸਤੀ ਬੰਦੇ
ਉਹਦਾ ਮਨ ਪਵਿੱਤਰ ਨਹੀਂ ਹੁੰਦਾ ਤਾਂ ਮੈਂ ਸਾਧੂ ਬਣ ਜਾਣਾ, ਦੱਸੋ ਮੈਂ ਕੀ ਕਰਾਂ। ਮਾਰੇ ਕਹਿੰਦੇ ਹੁਣੇ ਤੇਰਾ ਹੱਲ ਕਰ ਦਿੰਦੇ ਆ। ਇੱਕ ਹੁਕਮਨਾਮਾ ਲਿਖਿਆ ਸਾਹਿਬ ਨੇ, ਲਿਖ ਕੇ ਕਹਿੰਦੇ ਆ ਫਲਾਣੇ ਪਿੰਡ ਵਿੱਚ ਸਾਡਾ ਸਿੱਖ ਰਹਿੰਦਾ, ਉਹਨੂੰ ਜਾ ਕੇ ਹੁਕਮਨਾਮਾ ਦੇ ਤੇ ਸ਼ਾਮਾਂ ਨੂੰ ਆਈ ਮੁੜ ਕੇ ਤੇ ਤੇਰੇ ਸਵਾਲ ਦਾ ਜਵਾਬ ਦੇ। ਆਂਦਾ ਜੀ ਠੀਕ ਹੈ। ਗਿਆ, ਜਾ ਕੇ ਜਦੋਂ ਹੁਕਮਨਾਮਾ ਖੋਲਿਆ ਉਹਨਾਂ ਨੇ ਬੜਾ ਸਿੱਖ ਦਾ ਸਤਿਕਾਰ ਕੀਤਾ। ਹੁਕਮਨਾਮਾ ਖੋਲਿਆ, ਉਹਦੇ ਵਿੱਚ ਲਿਖਿਆ ਸੀ ਭਈ ਭਾਈ ਪਿਆਰਿਆ 20 ਰੁਪਏ ਗੁਰੂ ਕੀ ਭੇਟਾ ਭੇਜ, ਤੇ ਆ ਜਿਹੜਾ ਇੱਕ ਸਿੱਖ ਆਇਆ 1 ਰੁਪਈਆ ਇਹਦੀ ਭੇਟਾ ਦੇ। 20 ਰੁਪਏ ਬੜੀ ਵੱਡੀ ਗੱਲ ਸੀ ਉਦੋਂ, ਉਹਨਾਂ ਦੇ ਘਰ ਨਹੀਂ ਸੀ ਹੈਗੇ। ਉਹਨਾਂ ਨੇ ਗੁਰੂ ਕੇ ਹੁਕਮਨਾਮੇ ਨੂੰ ਸਿਰ ਤੇ ਰੱਖਿਆ ਤੇ ਦੋਵੇਂ ਜੀ ਸਲਾਮਾਂ ਕਰ ਲੱਗ ਪਏ ਵੀ 20 ਰੁਪਏ ਹੁਣ ਕਿੱਦਾਂ ਕਰਨੇ ਆ ਤੇ ਮਹਾਰਾਜ ਦੇ ਹੁਕਮਨਾਮੇ ਦਾ ਆਪਾਂ ਸਤਿਕਾਰ ਕਰਨਾ। ਘਰ ਵਿੱਚ ਨਿੱਕੀ ਮੋਟੀ ਚੀਜ਼ ਇਕੱਠੀ ਕਰਕੇ ਜੋ ਵੇਚਿਆ ਸਰਿਆ ਸਭ ਕੁਝ ਉਹਦੇ ਹੁੰਦਿਆਂ ਹੀ ਵੇਚ ਵਟ ਕੇ ਤੇ 21 ਰੁਪਏ ਲਿਆ ਕੇ ਤੇ 20 ਰੁਪਏ ਗੁਰੂ ਕੀ ਭੇਟਾ ਤੇ 1 ਰੁਪਈਆ ਸਿੱਖ ਦੀ ਭੇਟਾ ਔਖੇ ਹੋ ਕੇ ਭਾਵੇਂ ਉਹਨਾਂ ਨੇ ਕੀਤੀ, ਸਿੱਖ ਨੂੰ ਖਾਲੀ ਨਹੀਂ ਜਾਣ ਦਿੱਤਾ। ਫਿਰ ਪ੍ਰਸ਼ਾਦਾ ਛਕਾਇਆ ਤੇ ਜੀ ਆਇਆ ਆ ਕੇ ਖੁਸ਼ੀ ਨਾਲ ਉਹਨੂੰ ਵਿਦਾ ਕੀਤਾ। ਭਾਵੇਂ ਆਪਣੇ ਘਰ ਦੀਆਂ ਬੜੀ ਜ਼ਰੂਰੀ ਚੀਜ਼ਾਂ ਉਹਨਾਂ ਨੇ ਵੇਚ ਦਿੱਤੀਆਂ। ਸਿੱਖ ਵੇਂਦਾ ਰਿਹਾ। ਜਦੋਂ ਉਹ ਸਿੱਖ ਵਾਪਸ ਆਇਆ ਤੇ ਦੁਪਹਿਰ ਹੋ ਗਈ ਤੇ ਜੰਗਲਾਂ ਥਾਣੀ ਲੋਕੀ ਤੁਰ ਕੇ ਜਾਂਦੇ ਸੀ। ਆਂਦਾ ਵੀ ਘੜੀ ਆਰਾਮ ਕਰ ਲਈਏ, ਸ਼ਾਮਾਂ ਨੂੰ ਤੇ ਪਹੁੰਚ ਹੀ ਜਾਣਾ, ਪਰ ਮੈਂ ਕੱਲਾ ਨਾ ਬਵਾਂ, ਕੋਈ ਲਾਗੇ ਹੋਵੇ ਬੰਦਾ, 2 ਜਾਣੇ ਫੇਰ ਹੀ ਘੜੀ ਲੰਮੇ ਪਈਏ। ਉੱਥੇ ਇੱਕ ਸਾਧੂ ਨਾਮ ਜਪਦਾ ਸੀ। ਆਂਦਾ ਇਹਦੇ ਲਾਗੇ ਪੈ ਜਾਣਾ। ਜਦੋਂ ਬੈਠੇ ਨਾ, ਉਹਦੇ ਬੈਠਿਆਂ ਇੱਕ ਸ਼ਾਹੂਕਾਰ ਆਇਆ ਰੱਥ ਤੇ ਚੜ ਕੇ, ਤੇ ਉਹ ਆਂਦਾ ਲਓ ਜੀ ਆ ਬੇਪਰਵਾਹ ਸਾਧੂ ਇਲਾਕਾ ਛਾਣ ਮਾਰਿਆ, ਕਿੱਥੇ ਜੰਗਲ 'ਚ ਬੈਠੇ ਹੋਇਆ, ਅਸੀਂ ਸਾਰੀ ਦੁਨੀਆ ਲੱਭ ਮਾਰੀ ਆ ਵੀ ਇਹਨਾਂ ਦੇ ਦਰਸ਼ਨ ਕਿੱਥੇ ਹੋਣਗੇ। ਉਹਨਾਂ ਨੇ ਅੱਖਾਂ ਬੰਦ ਕੀਤੀਆਂ, ਨਾਮ ਜਪ ਰਹੇ। ਉਹਨਾਂ ਨੇ ਜਿਹੜਾ ਸ਼ਾਹੂਕਾਰ ਆਇਆ ਨਾ, ਉਹ ਪਰਾਤ ਲਿਆਇਆ ਭਰ ਕੇ ਮਠਿਆਈ ਦੀ, ਥਾਲੀ ਵਿੱਚ ਰੁਪਈਏ ਪਾ ਕੇ ਲਿਆਇਆ, ਕਾਫੀ ਬਸਤਰ ਲਿਆਇਆ, ਸਭ ਕੁਝ ਅੱਗੇ ਰੱਖਿਆ ਤੇ ਸਾਧੂ ਨੇ ਨੇਤਰ ਨਹੀਂ ਖੋਲੇ। ਉਹ ਅਡੋਲ ਸਿਮਰਨ ਕਰਦੇ ਰਹੇ। ਇੱਕ ਬੜਾ ਕੀਮਤੀ ਦੁਸ਼ਾਲਾ ਉਹ ਮਹਾਂਪੁਰਖਾਂ ਦੇ ਮੋਢਿਆਂ ਤੇ ਰੱਖ ਗਏ ਤੇ ਮੱਥਾ ਟੇਕ ਕੇ ਚਲੇ ਗਏ ਤੇ ਚਲੋ ਸਾਡੀ ਸੇਵਾ ਪ੍ਰਵਾਨ ਹੋ ਗਈ। ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਗੁਰਮੁਖਾਂ ਨੇ ਅੱਖਾਂ ਖੋਲ ਕੇ ਤੇ ਜਿਹੜਾ ਇਹ ਲਾਗੇ ਸਿੱਖ ਬੈਠਾ ਸੀ ਇਹਨੂੰ ਪੁੱਛਿਆ ਵੀ ਆਹ ਇੰਨਾ ਕੁਝ ਕੌਣ ਰੱਖ ਗਿਆ। ਉਹ ਆਂਦਾ ਜੀ ਤੁਸੀਂ ਅੱਖਾਂ ਨਹੀਂ ਖੋਲੀਆਂ, ਤੁਹਾਡੇ ਕੋਲ ਸ਼ਰਧਾਲੂ ਆਏ ਸੀ। ਆਂਦੇ ਚਲੋ ਠੀਕ ਆ, ਰੱਬ ਦੇ ਨਾਂ ਨੂੰ ਭੇਟਾ ਕਰ ਗਏ, ਨਹੀਂ ਤੇ ਸਾਨੂੰ ਕੌਣ ਜਾਣਦਾ। ਉਹਨਾਂ ਅੱਖਾਂ ਫੇਰ ਬੰਦ ਕਰ ਲਈਆਂ, ਨਾ ਕੁਝ ਖਾਧਾ, ਨਾ ਪੈਸੇ ਗਿਣੇ, ਨਾ ਕਿਸੇ ਚੀਜ਼ ਵੱਲ ਧਿਆਨ ਕੀਤਾ, ਨਾਮ ਜਪਣ। ਉਹਦੇ ਤੋਂ ਬਾਅਦ 2 ਮਿੰਟ ਬਾਅਦ ਉੱਥੇ 3-4 ਚੋਰ ਆਏ। ਉਹ ਚੋਰ ਕਹਿੰਦਾ ਵੇਖੋ ਅਸੀਂ ਭੁੱਖੇ ਮਰਦੇ ਆ, ਸਾਧੂਆਂ ਦੇ ਅੱਗੇ ਕਿੰਨਾ ਕੁਝ ਰੱਖਿਆ ਹੋਇਆ, ਚੁੱਕੋ ਸਭ ਕੁਝ। ਇਹਨਾਂ ਨੇ ਕੀ ਕਰਨਾ, ਸਭ ਕੁਝ ਹੀ ਚੁੱਕ ਲਿਆ। ਜਾਂਦੇ ਸਾਧੂ ਦੇ ਮੋਢੇ ਤੋਂ ਦੁਸ਼ਾਲਾ ਵੀ ਲਾ ਕੇ ਲੈ ਗਏ, ਕੱਪੜੇ ਵੀ ਲੈ ਗਏ, ਮਾਇਆ ਵੀ ਲੈ ਗਏ, ਖਾਣ ਪੀਣ ਵਾਲੀਆਂ ਚੀਜ਼ਾਂ ਵੀ ਲੈ ਗਏ। ਉਹਨਾਂ ਨੇ ਫੇਰ ਬਾਅਦ ਵਿੱਚ ਅੱਖਾਂ ਖੋਲੀਆਂ। ਉਹ ਅੱਖਾਂ ਖੋਲ ਕੇ ਕਹਿੰਦੇ ਵੀ ਆ ਹੁਣੇ ਦੀ ਇੱਥੇ ਬੜਾ ਕੁਝ ਪਿਆ ਸੀ, ਤੂੰ ਕਿੱਥੇ ਗਿਆ। ਉਹ ਆਂਦੇ ਜੀ ਹੁਣੇ ਚੋਰ ਆਏ ਸੀ, ਉਹ ਲੈ ਗਏ, ਤੁਸੀਂ ਤੇ ਅੱਖਾਂ ਖੋਲੀਆਂ ਹੀ ਨਹੀਂ, ਤੁਹਾਡਾ ਤਾਂ ਸਭ ਕੁਝ ਲੈ ਗਏ। ਉਹ ਕਹਿੰਦੇ ਨਹੀਂ, ਮੇਰਾ ਤੇ ਕੁਝ ਹੈ ਹੀ ਨਹੀਂ ਸੀ, ਭੇਜਿਆ ਮਾਲਕ ਨੇ, ਤੇ ਉਹ ਵੀ ਮਾਲਕ ਦੇ ਬੰਦੇ ਆਏ ਜਿਹੜੇ ਲੈ ਗਏ, ਜਿਹੜੇ ਭਾਅ ਆਏ ਉਸੇ ਭਾਅ ਚਲ ਗਏ। ਮੈਨੂੰ ਕਾਹਦੀ ਕਮੀ ਆ, ਮੈਂ ਤੇ ਕੁਝ ਕੀਤਾ ਹੀ ਨਹੀਂ। ਹਾਂ ਅਸੀਂ ਤੇ ਪ੍ਰਸ਼ਾਦਾ 2 ਟੁਕ ਛਕਣਾ, ਉਹ ਵੀ ਪ੍ਰਬੰਧ ਕਿਤੇ ਉਹ ਮਹਾਰਾਜ ਕਰ ਹੀ ਦੇਣਗੇ ਨਾ। ਉਹਨੇ ਫੇਰ ਅੱਖਾਂ ਬੰਦ ਕੀਤੀਆਂ, ਫੇਰ ਨਾਮ ਜਪਣ ਲੱਗ ਪਿਆ। ਉਹ ਵੇਂਦਿਆਂ ਦੁਪਹਿਰ ਢਲ ਗਈ। 2 ਚੀਜ਼ਾਂ ਵੇਖ ਕੇ ਅਨੰਦਪੁਰ ਸਾਹਿਬ ਵਾਪਸ ਆ ਗਏ। ਮਹਾਰਾਜ ਦੀ ਭੇਟਾ ਲਿਆ ਕੇ ਦਿੱਤੀ। ਕਹਿੰਦਾ ਜੀ ਹੁਣ ਮੇਰਾ ਸਵਾਲ ਹੱਲ ਕਰੋ। ਮਹਾਰਾਜ ਕਹਿੰਦੇ ਕੀ ਤੇਰਾ ਸਵਾਲ ਆ। ਉਹ ਆਂਦਾ ਵੀ ਮੈਂ ਸਾਧੂ ਬਣਾ ਕਿ ਗ੍ਰਸਤੀ ਬਣਾ। ਮਹਾਰਾਜ ਕਹਿੰਦੇ ਤੇਰੇ ਵਾਸਤੇ ਤੇ ਸਾਰਾ ਪ੍ਰਬੰਧ ਰਾਹ ਵਿੱਚ ਕੀਤਾ ਤੇ ਤੈਨੂੰ ਅਜੇ ਸਮਝ ਹੀ ਨਹੀਂ ਲੱਗੀ। ਉਹ ਆਂਦਾ ਜੀ ਮੈਨੂੰ ਨਹੀਂ ਸਮਝ ਲੱਗੀ, ਮੈਨੂੰ ਸਮਝਾਓ। ਮਹਾਰਾਜ ਕਹਿੰਦੇ ਆ ਜੇ ਤੇ ਬਣਨਾ ਹੀ ਗ੍ਰਸਤੀ ਤੇ ਉਦਾਂ ਦਾ ਬਣ। ਉਹ ਗ੍ਰਸਤੀਆਂ ਦੇ ਘਰ ਵਿੱਚ ਤੂੰ ਗਿਆ ਸਾਂ, ਉਹਨਾਂ ਔਖੇ ਹੋ ਕੇ ਤੇਰੀ ਵੀ ਸੇਵਾ ਕੀਤੀ, ਤੇ ਜੇ ਗੁਰੂ ਕਾ ਸੁਨੇਹਾ ਗਿਆ, ਭਾਵੇਂ ਕੋ ਸਮਾਨ ਵੇਚਣਾ ਪਿਆ, ਗੁਰੂ ਕੇ ਹੁਕਮਨਾਮੇ ਦਾ ਉਹਨਾਂ ਨੇ ਸਤਿਕਾਰ ਕੀਤਾ। ਇਹ ਹੁਕਮਨਾਮਾ ਆਇਆ ਆਨੰਦਪੁਰ ਸਾਹਿਬ ਤੋਂ। ਕਿੱਦਾਂ ਵੀ ਕਰਕੇ 20 ਰੁਪਏ ਗੁਰੂ ਕੀ ਭੇਟਾ ਭੇਜੀ ਆ, 1 ਰੁਪਈਆ ਤੇਰੀ ਭੇਟਾ, ਤੈਨੂੰ ਜਲ ਪਾਣੀ ਛਕਾਇਆ। ਭਾਵੇਂ ਉਹਨਾਂ ਦੇ ਕੋਲ ਕੁਝ ਹੈਗਾ ਸੀ, ਭਾਵੇਂ ਨਹੀਂ। ਜੇ ਗ੍ਰਸਤੀ ਬਣਨਾ ਤੇ ਏਦਾਂ ਦਾ ਬਣ। ਗ੍ਰਸਤੀ ਦੇ ਬੂਹੇ ਤੋਂ ਕੋਈ ਲੋੜਵੰਦ ਖਾਲੀ ਨਹੀਂ ਮੁੜਨਾ ਚਾਹੀਦਾ। ਇੱਕ ਉਹਦੇ ਵਰਗਾ ਬੰਦਾ ਬੂਹੇ ਤੇ ਮੰਗ ਰਿਹਾ, ਤੇ ਮੰਗਤੇ ਵਰਗਾ ਹੀ ਬੰਦਾ ਸਰਦਾਰ ਮੰਜੀ ਡਾ ਕੇ ਘਰ ਵਿੱਚ ਬੈਠਾ, ਜਿਹਨੂੰ ਬਹੁਤ ਕੁਝ ਦਿੱਤਾ, ਜਿਹਦੇ ਭਾਂਡੇ ਭਰੇ ਹੋਏ ਆ। ਭਰਿਆਂ ਭਾਂਡਿਆਂ ਵਾਲੇ ਜੇ ਏਦਾਂ ਲੋਕੀ ਆਪਣੇ ਬੂਹੇ ਤੋਂ ਕਿਸੇ ਨੂੰ ਖਾਲੀ ਮੋੜ ਦੇਣਗੇ ਨਾ, ਤੇ ਉਹਨੂੰ 1 ਮਿੰਟ ਲੱਗਦਾ। ਜਿਨ੍ਹਾਂ ਦੇ ਖਾਲੀ ਭਾਂਡੇ ਆ ਉਹ ਭਰ ਦੂਗਾ, ਤੇ ਭਰਿਆਂ ਦੇ ਖਾਲੀ ਵੀ ਕਰ ਸਕਦਾ। ਰੀਤੇ ਭਰੇ ਸਖਨਾਵੇਂ ਜਿਹ ਤਾਂ ਕੇ ਵਿਵਹਾਰੇ, ਇਹ ਉਹਦੇ ਕੰਮ ਨੇ। ਖਾਲੀਆਂ ਨੂੰ ਭਰ ਦਿੰਦਾ, ਭਰਿਆਂ ਨੂੰ ਖਾਲੀ ਕਰ ਦਿੰਦਾ ਇੱਕ ਪਲ ਵਿੱਚ।
ਗ੍ਰਸਤੀ ਬਣਨਾ ਹੀ ਤੇ ਇਦਾਂ ਦਾ ਬਣ। ਕਹਿੰਦਾ ਜੀ ਇਹ ਤੇ ਕੰਮ ਔਖਾ ਹੀ ਆ। ਉਹਨਾਂ ਦੇ ਤੇ ਘਰ ਦੀਆਂ ਚੀਜ਼ਾਂ ਵੇਚ ਕੇ ਸੇਵਾ ਕੀਤੀ ਤੇ ਕੌਣ ਕਰੇ ਇਦਾਂ। ਮਾਰੇ ਕਹਿੰਦੇ ਨਾ ਬਣ ਗ੍ਰਸਤੀ। ਕਹਿੰਦਾ ਮੈਂ ਤੇ ਇੱਥੇ ਕਰਕੇ ਨਹੀਂ ਬਣਦਾ। ਮਾਰੇ ਕਹਿੰਦੇ ਨਾ ਬਣ, ਸਾਧੂ ਬਣ ਜਾ। ਆਂਦਾ ਮੈਂ ਤੇ ਅੱਗੇ ਹੀ ਕਹਿਣਾ ਸਾਂ, ਪਰ ਮਾਰੇ ਕਹਿੰਦੇ ਸਾਧੂ ਬਣਨੇ ਤੇ ਉਹਦੇ ਵਰਗਾ ਬਣ। ਉਹਦੇ ਕੋਲ ਇੰਨਾ ਕੁਝ ਆਇਆ ਤੇ ਉਹ ਫਟਾਫਟ ਪੰਡ ਬਣ ਕੇ ਤੁਰ ਨਹੀਂ ਪਿਆ, ਉਹਨੇ ਅੱਗੇ ਹੀ ਪਿਆ ਰਹਿੰਦਾ। ਤੇ ਜੇ ਸਭ ਕੁਝ ਅੱਗੋਂ ਚੁੱਕਣ ਵਾਲੇ ਚੁੱਕ ਕੇ ਲੈ ਗਏ, ਉਹ ਰੋਇਆ ਨਹੀਂ। ਸਮਾਨ ਆਇਆ ਤੇ ਹੱਸਿਆ ਨਹੀਂ, ਤੇ ਚੋਰੀ ਹੋ ਗਈ ਤੇ ਰੋਇਆ ਨਹੀਂ। ਦੋਵਾਂ ਸਮਿਆਂ ਵਿੱਚ ਉਹਦੀ ਅਵਸਥਾ ਜਿਹੜੀ ਆ ਇੱਕ ਰਸ ਰਹੀ। ਜੇ ਸੰਤ ਬਣਨਾ ਤੇ ਇਦਾਂ ਦਾ ਬਣ, ਪਦਾਰਥਾਂ ਦੇ ਪਿੱਛੇ ਨਾ ਦੌੜ, ਨਾਮ ਦੇ ਪਿੱਛੇ ਦੌੜ। ਜਿਹੜਾ ਨਾਮ ਦੇ ਪਿੱਛੇ ਦੌੜੇ, ਪਦਾਰਥ ਉਹਦੇ ਮਗਰ ਮਗਰ ਆਉਂਦੇ ਆ। ਉਹ ਕਹਿੰਦਾ ਜੀ ਗੱਲ ਤੇ ਉਹ ਵੀ ਔਖੀ ਆ, ਕਿਉਂਕਿ ਉਹ ਤੇ ਸਮਾਨ ਹੀ ਬੜਾ ਕੀਮਤੀ ਸੀ ਜਿਹੜਾ ਚੋਰ ਲੈ ਕੇ ਚੁੱਕ ਕੇ। ਇਹ ਤੇ ਦੋਵੇਂ ਹੀ ਗੱਲਾਂ ਬੜੀਆਂ ਔਖੀਆਂ। ਨਾ ਚੰਗਾ ਗ੍ਰਸਤੀ ਬਣਿਆ ਜਾਂਦਾ, ਨਾ ਚੰਗਾ ਸਾਧੂ ਬਣਿਆ ਜਾਂਦਾ। ਮੈਂ ਕਰਾਂ ਕੀ? ਮਾਰੇ ਕਹਿੰਦੇ ਨੇ ਤੂੰ ਸਾਡੇ ਕੋਲ ਰਹਿ, ਤੈਨੂੰ ਚੰਗਾ ਗ੍ਰਸਤੀ ਵੀ ਬਣਾ ਦੇਾਂਗੇ ਤੇ ਤੈਨੂੰ ਚੰਗਾ ਸਾਧੂ ਵੀ ਬਣਾ ਦੇਾਂਗੇ। ਇੱਕ ਸਰੀਰ ਦੇ ਵਿੱਚ ਦੋਨੋਂ ਚੀਜ਼ਾਂ ਭਰ ਦੇਾਂਗੇ, ਚੰਗਾ ਗ੍ਰਸਤੀ ਵੀ ਤੇ ਸਾਧੂ ਦਾ ਅਰਥ ਹੈ ਜਿਹਨੇ ਆਪਣਾ ਮਨ ਸਾਧਿਆ ਹੋਇਆ। ਉਹ ਕਹਿੰਦਾ ਕਿੱਦਾਂ ਕਰ ਦਿਓਗੇ ਤੁਸੀਂ? ਕਿਉਂਕਿ ਕਈ ਲੋਕੀ ਜੇ ਥੋੜਾ ਬਹੁਤਾ ਪੜ ਜਾਣ ਨਾ ਤੇ ਉਹ ਇੰਨੇ ਸਵਾਲ ਤੇ ਸਵਾਲ ਕਰਦੇ, ਇੰਨੇ ਸਵਾਲ ਤੇ ਸਵਾਲ। ਅਸੀਂ ਕਈ ਵਾਰੀ 1 ਘੰਟਾ ਕਥਾ ਕਰਕੇ 2-2 ਘੰਟੇ ਟੈਲੀਫੋਨਾਂ ਤੇ ਸਾਨੂੰ ਜਵਾਬ ਦੇਣੇ ਪੈਂਦੇ ਆ। ਫਲਾਣਾ ਕੀ ਕਿਹਾ ਸੀ ਤੁਸੀਂ, ਆਹ ਕੀ ਕਿਹਾ ਸੀ ਤੁਸੀਂ। ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦਾ ਵੀ ਕਿੱਦਾਂ ਤੁਸੀਂ ਮੈਨੂੰ ਕਰ ਦਿਓਗੇ? ਮਹਾਰਾਜ ਸੰਖੇਪ ਜੀ ਗੱਲ ਕਰਕੇ ਕਹਿੰਦੇ ਬਾਣੀ ਪੜ੍ਹਾ ਕੇ। ਉਹ ਫਿਰ ਸਵਾਲ ਦਾ ਜਵਾਬ ਸਵਾਲ ਕਰਕੇ ਗੁਰੂ ਸਾਹਿਬ ਜੀ ਨੂੰ ਕਹਿੰਦਾ ਮੈਂ ਵੇਖੇ ਤੁਹਾਡੇ ਸਿੱਖ ਬਾਣੀ ਪੜ੍ਹਨ ਵਾਲੇ ਕਈ ਗੁਰਦੁਆਰੇ ਆਉਂਦੇ ਆ, ਬਾਣੀ ਪੜ੍ਹਦੇ ਆ। ਜਦੋਂ ਗੁਰਦੁਆਰੇ ਨਹੀਂ ਸੀ ਆਉਂਦੇ ਉਦੋਂ ਵੀ ਉਹ ਮਾੜੇ ਸੀ। ਅੱਜ ਸਾਰੀਆਂ ਉਮਰਾਂ ਲੰਘੀਆਂ ਗੁਰਦੁਆਰੇ ਚ ਆਉਂਦੇ, ਅੱਜ ਵੀ ਉਹ ਮਾੜੇ ਹੀ ਆ। ਉਹ ਤੇ ਸੁਧਰੇ ਹੀ ਨਹੀਂ। ਜਦੋਂ ਉਹਨਾਂ ਦਾ ਸੁਧਾਰ ਨਹੀਂ ਹੋਇਆ ਤੇ ਤੁਸੀਂ ਮੇਰਾ ਕੀ ਸੁਧਾਰ ਕਰੋਗੇ? ਅੱਜ ਕਈ ਲੋਕੀ ਕਹਿ ਰਹੇ ਆ ਮੈਂ ਅੰਮ੍ਰਿਤ ਛਕਣਾ ਸੀ, ਪਰ ਮੈਂ ਤੁਹਾਡੇ ਫਲਾਣੇ ਬੰਦੇ ਵੱਲ ਵੇਖਿਆ ਤੇ ਉਹਦੇ ਵੱਲ ਵੇਖ ਕੇ ਮੈਂ ਕਿਹਾ ਹੁਣ ਨਹੀਂ ਛਕਣਾ। ਜੇ ਇਦਾਂ ਦੇ ਆ ਤੇ ਫਿਰ ਇਦਾਂ ਹੀ ਚੰਗੇ ਆ। ਨਹੀਂ, ਇਹ ਗੱਲ ਗਲਤ ਆ। ਮਹਾਰਾਜ ਨੂੰ ਕਹਿੰਦਾ ਮੈਂ ਬਾਣੀ ਪੜ੍ਹਨ ਵਾਲੇ ਵੇਖੇ ਆ, ਨਿਤਨੇਮ ਕਰਦੇ ਲੋਕੀ ਸਵਖਤੇ ਉੱਠ ਕੇ ਆਪਣੇ ਘਰਾਂ 'ਚ, ਤੇ ਬਰਿਆਈ ਤੇ ਉਹਨਾਂ ਕੋਲ ਛੁੱਟੀ ਨਹੀਂ, ਤੇ ਫਿਰ ਬਾਣੀ ਪੜ੍ਹਨ ਦਾ ਫਾਇਦਾ ਕੀ ਹੋਇਆ? ਮਹਾਰਾਜ ਕਹਿੰਦੇ ਨੇ ਬਾਣੀ ਵਿੱਚ ਊਣਤਾਈ ਨਹੀਂ, ਪੜ੍ਹਨ ਵਾਲੇ ਵਿੱਚ ਊਣਤਾਈ ਆ। ਉਹ ਆਂਦੇ ਜੀ ਕਿੱਦਾਂ? ਮਹਾਰਾਜ ਕਹਿੰਦੇ ਲੈ ਤੈਨੂੰ ਜਵਾਬ ਦਈਏ, ਕਿਉਂਕਿ ਪ੍ਰੈਕਟੀਕਲੀ ਕਰਕੇ ਗੁਰੂ ਸਾਹਿਬ ਜੀ ਜਵਾਬ ਦਿੰਦੇ ਸੀ। ਉਹਨਾਂ ਨੇ ਫਿਰ ਜਵਾਬ ਇੰਜ ਦਿੱਤਾ, ਆਂਦੇ ਆ ਨਾਲ ਦੇ ਪਿੰਡ ਵਿੱਚ ਜਾ, ਢੋਲ ਲੈ ਜਾ, ਉੱਥੇ ਜਾ ਕੇ ਢੋਲ ਵਜਾ। ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਖੁਸ਼ ਨੇ। ਉਹ ਕਹਿੰਦੇ ਆ ਜੋ ਕਿਸੇ ਨੇ ਮੰਗਣਾ ਮੰਗ ਲਓ, ਜਿਹਨੂੰ ਪੁੱਤ ਚਾਹੀਦਾ ਪੁੱਤ ਮੰਗ ਲਓ, ਜ਼ਮੀਨਾਂ ਚਾਹੀਦੀਆਂ ਜ਼ਮੀਨਾਂ, ਤੇ ਆ ਲੈ ਜਾ ਕਾਗਜ਼। ਜੋ ਕੋਈ ਮੰਗਦਾ ਨਾ ਉਹਦੇ ਉੱਤੇ ਨਾਂ ਲਿਖੀ ਜਾ ਤੇ ਲਿਆ ਕੇ ਸਾਨੂੰ ਦੇ ਦੇ। ਰਜਿਸਟਰ ਲੈ ਲਿਆ ਉਹਨੇ, ਕਲਮ ਲੈ ਲਈ, ਨਾਲ ਦੇ ਪਿੰਡ ਵਿੱਚ ਜਾ ਕੇ ਢੋਲ ਵਜਾ ਦਿੱਤਾ, ਪੀਪਾ ਖੜਕਾ ਦਿੱਤਾ ਫਟਾਫਟ ਵੀ ਮੈਂ ਪਿੰਡ ਦੇ ਵਿਚਕਾਰਲੇ ਚੌਂਕ 'ਚ ਖਲੋਣ ਲੱਗਾ, ਉੱਥੇ ਆਣ ਕੇ ਜੋ ਕਿਸੇ ਨੂੰ ਚਾਹੀਦਾ ਮੰਗ ਲਓ। ਅੱਜ ਮਹਾਰਾਜ ਬੜੇ ਖੁਸ਼ ਜੇ। ਲੋਕੀ ਆਏ, ਇਕੱਠੇ ਹੋ ਗਏ, ਪਿੰਡ ਇਕੱਠਾ ਹੋ ਗਿਆ। ਇਕੱਠਾ ਹੋ ਕੇ ਕਿਸੇ ਨੇ ਆਖਿਆ ਮੈਨੂੰ ਪੁੱਤ ਚਾਹੀਦਾ, ਉਹਦਾ ਨਾਂ ਲਿਖ ਲਿਆ, ਫਲਾਣੇ ਨੂੰ ਪੁੱਤ ਚਾਹੀਦਾ। ਕਿਸੇ ਨੇ ਕਿਹਾ ਮੇਰੀ ਜ਼ਮੀਨ ਥੋੜੀ, ਮਹਾਰਾਜ ਨੂੰ ਆਖੋ ਮੇਰੀ ਜ਼ਮੀਨ ਵਧਾ ਦਿਓ ਥੋੜੀ ਜੀ, ਉਹਦਾ ਨਾਂ ਲਿਖ ਕੇ ਵੀ ਆਹ ਬੰਦਾ ਜ਼ਮੀਨ ਮੰਗਦਾ। ਕੋਈ ਬਿਮਾਰ ਸੀ, ਆਹ ਬੰਦਾ ਤੰਦਰੁਸਤੀ ਮੰਗਦਾ। ਕੋਈ ਨੌਕਰੀ ਪਦਵੀ ਚਾਹੀਦੀ ਸੀ, ਉਹ ਵੀ ਲਿਖ ਲਿਆ। ਸਭ ਕੁਝ ਲਿਖ ਲਿਆ। ਕਿਸੇ ਨੂੰ ਨਹੁੰ ਚਾਹੀਦੀ ਆ, ਕਿਸੇ ਨੂੰ ਪੁੱਤ ਚਾਹੀਦੇ ਆ, ਪੋਤੇ ਚਾਹੀਦੇ ਆ, ਦੁੱਧ ਚਾਹੀਦਾ, ਕਈ ਕੁਝ ਲਿਖ ਲਿਆ, ਸਭ ਕੁਝ ਲਿਖ ਲਿਆ। ਸਾਰੇ ਪਿੰਡ ਦੇ ਵਿੱਚੋਂ ਇੱਕ ਬੰਦਾ ਆਇਆ, ਉਹਨੂੰ ਪੁੱਛਿਆ ਵੀ ਤੈਨੂੰ ਕੀ ਚਾਹੀਦਾ ਪਈ? ਉਹ ਕਹਿੰਦਾ ਕਲਗੀ ਵਾਲੇ ਪਾਤਸ਼ਾਹ ਦੇ ਅੱਗੇ ਮੇਰਾ ਨਾਂ ਲੈ ਕੇ ਆਖੀ ਸੱਚੇ ਪਾਤਸ਼ਾਹ ਤੇਰਾ ਦਿੱਤਾ ਬਹੁਤ ਕੁਝ ਆ, ਮੈਨੂੰ ਕੇਵਲ ਗੁਰਸਿੱਖੀ ਦੀ ਦਾਤ ਦਿਓ। ਉਹਦਾ ਵੀ ਨਾਂ ਲਿਖ ਲਿਆ। ਜਦੋਂ ਲਿਖ ਲਿਆ ਤੇ ਪਹੁੰਚ ਗਿਆ ਵਾਪਸ, ਤੇ ਮਾਰੇ ਕਹਿੰਦੇ ਨੇ ਆ ਗਿਆ? ਹਾਂਜੀ ਆ ਗਿਆ। ਮਾਰੇ ਕਹਿੰਦੇ ਬੋਲ ਫਿਰ ਕੀ ਕੀ ਕਿਸੇ ਨੇ ਮੰਗਿਆ ਦਈਏ। ਜਿਉਂ ਲੱਗਾ ਬੋਲਣ, ਜਿਉਂ ਲੱਗਾ ਬੋਲਣ, ਤੇ ਮਗਰੋਂ ਤੋੜੀ ਇੱਕ ਬੰਦੇ ਨੇ ਆ ਕੇ ਆਖਿਆ ਆਹ ਫਲਾਣਾ ਬੰਦਾ ਮਾਰੇ ਗੁਰਸਿੱਖੀ ਮੰਗਦਾ। ਮਾਰੇ ਕਹਿੰਦੇ ਦੱਸ ਫਿਰ ਇੱਥੇ ਗੁਰੂ ਜੀ ਕੀ ਕਸੂਰ ਆ? ਆਹ ਬਾਣੀ ਪੜ੍ਹਨ ਵਾਲੇ, ਸੇਵਾ ਪੜ੍ਹਨ ਵਾਲੇ ਮੰਗਦੇ ਹੀ ਦੁਨੀਆ ਦੀਆਂ ਚੀਜ਼ਾਂ ਨੇ, ਤੇ ਇੱਥੇ ਰੋਜ਼ ਆਖਿਆ ਜਾਂਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਬਾਣੀ ਪੜ੍ਹ ਕੇ ਜਿਨ੍ਹਾਂ ਜ਼ਮੀਨ ਮੰਗੀ ਉਹਨਾਂ ਨੂੰ ਜ਼ਮੀਨ ਹੀ ਮਿਲੇਗੀ, ਮਨ ਸਾਫ਼ ਨਹੀਂ ਹੋਏਗਾ। ਬਾਣੀ ਪੜ੍ਹ ਕੇ ਜਿਨ੍ਹਾਂ ਨੇ ਧੀਆਂ ਪੁੱਤ ਮੰਗ ਲਏ, ਜੋ ਮੰਗ ਲਿਆ ਉਹ ਮਨ ਮਿਲ ਜਾਏਗਾ। ਜਿਨ੍ਹਾਂ ਨੇ ਬਾਣੀ ਪੜ੍ਹ ਕੇ ਆਖਿਆ ਸਤਿਗੁਰੂ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਮੈਨੂੰ ਚਾਅ ਚੜਿਆ ਰਵੇ ਵੀ ਤੇਰੀ ਸਿਫਤ ਕਰਾਂ। ਮਾਰੇ ਕਹਿੰਦੇ ਨੇ ਜਿੰਨੇ ਗੁਰਸਿੱਖੀ ਮੰਗੀ ਆ ਨਾ, ਭੁੱਖਾ ਉਹ ਵੀ ਨਹੀਂ ਮਰੂਗਾ। ਪਤਾ ਕੀ ਹੋਏਗਾ? ਉਹਦੇ ਪਹਿਲੋਂ ਉਹਦਾ ਮਨ ਸ਼ੁੱਧ ਹੋਏਗਾ, ਗ੍ਰਸਤੀ ਵਿੱਚ ਰਹਿੰਦੇ ਸਾਧੂ ਸੰਤਾਂ ਵਾਲੀ ਉਹਦੀ ਅਵਸਥਾ ਬਣੇਗੀ, ਤੇ ਜਿਨ੍ਹਾਂ ਦੇ ਘਰਾਂ ਵਿੱਚ ਨਾਮ ਆ ਜਾਏ ਨਾ ਪਰਮੇਸ਼ਰ ਦਾ, ਦੁਨੀਆ ਦੇ ਸੁੱਖ ਤੇ ਉਹਨਾਂ ਦੀਆਂ ਪਰਕਰਮਾਂ ਕਰਦੇ ਫਿਰਦੇ ਆ ਮਗਰ ਮਗਰ, ਉਹ ਕਦੀ ਦੁਖੀ ਨਹੀਂ ਹੁੰਦੇ। ਕਿਉਂਕਿ ਜਪਜੀ ਸਾਹਿਬ ਵਿੱਚ ਲਿਖਿਆ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ। ਕੋਈ ਬੰਦਾ ਆਪਣੇ ਕੰਨਾਂ ਨਾਲ ਗੁਰੂ ਕੀ ਸਿਫਤ ਸੁਣੇ, ਆਪਣੀ ਜ਼ੁਬਾਨ ਨਾਲ ਉਹਦੀ ਸਿਫਤ ਸੁਣੇ ਕਰੇ, ਉਹਦੇ ਨਾਲ ਮਨ ਸ਼ੁੱਧ ਹੋਏਗਾ, ਘਰ ਵਿੱਚ ਸੁੱਖ ਬਣਿਆ ਰਹੇਗਾ। ਤੇ ਜੇ ਬਾਹਰ ਜਾਵੇਗਾ ਤੇ ਲੋਕੀ ਹੱਥ ਜੋੜ ਜੋੜ ਕੇ ਸਤਿਕਾਰ ਕਰਨਗੇ ਵੀ ਜੀਵਨ ਐਦਾਂ ਦਾ ਹੋਣਾ ਚਾਹੀਦਾ ਜਿਹੜਾ ਇਹਨਾਂ ਦਾ ਬਣਿਆ। ਪਰ ਇਹ ਕਹਿੰਦੇ ਨੇ ਸਾਰੇ ਪਿੰਡ ਨੇ ਦੁਨੀਆਦਾਰੀ ਮੰਗੀ ਆ, ਉਹਦੇ ਵਿੱਚ ਗੁਰੂ ਦਾ ਕੀ ਕਸੂਰ ਆ? ਤੂੰ ਬਾਣੀ ਪੜ੍ਹ, ਜੇ ਬਾਣੀ ਪੜ੍ਹ ਕੇ ਕੁਛ ਵੀ ਨਾ ਮੰਗੇਗਾ, ਇਹੋ ਹੀ ਆਖੀ ਮਾਲਕਾ ਅੰਮ੍ਰਿਤ ਵੇਲਾ ਦੇ, ਗੁਰਸਿੱਖੀ ਦੇ, ਤੇ ਮਾਰੇ ਕਹਿੰਦੇ ਨੇ ਤੇਰਾ ਮਨ ਵੀ ਸ਼ੁੱਧ ਹੋਏਗਾ, ਤੇਰਾ ਤਨ ਵੀ ਸ਼ੁੱਧ ਹੋਏਗਾ, ਤੇ ਦੁਨੀਆ ਦੇ ਸੁੱਖ ਤੇਰੇ ਮਗਰ ਮਗਰ ਤੁਰੇ ਫਿਰਨਗੇ। ਸਾਹਿਬ ਦਾ ਬੋਲ ਆ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ, 68 ਤੀਰਥ ਕਾ ਮੁਖ ਟਿੱਕਾ, ਤਿਤ ਘਟ ਮਤ ਵਿਗਾਸ। ਲੋਕੀ ਤੀਰਥਾਂ ਤੇ ਜਾਂਦੇ ਨੇ, ਮਾਰੇ ਕਹਿੰਦੇ ਤੂੰ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੀ 5 ਬਾਣੀਆਂ ਦਾ, ਮੁੜ ਕੇ ਧਰਮ ਦੀ ਕਿਰਤ ਕਰੀ ਤੇ ਵੰਡ ਕੇ ਛਕੀ, ਨਾਲ ਨਾਲ ਗੁਰੂ ਗੁਰੂ ਜਪੀ, ਸ਼ਾਮੀ ਫੇਰ ਆਣ ਕੇ ਸੁਧ ਰਹਿ ਰਸ ਦਾ ਪਾਠ ਕਰੀ, ਕੀਰਤਨ ਸੋਲਾ ਕਰਕੇ ਅਰਦਾਸ ਕਰਕੇ ਸੌਂ ਜਾਈ। ਜੇ ਰੋਜ਼ ਇਹ ਨੇਮ ਨਿਭਾਏਗਾ, ਲੋਕੀ ਤੀਰਥਾਂ ਤੇ ਜਾਂਦੇ ਆ, ਮਾਰੇ ਕਹਿੰਦੇ ਉਹਨਾਂ ਕੁੱਲ ਤੀਰਥਾਂ ਦੀ ਬਰਕਤ ਤੇਰੇ ਮੱਥੇ ਤੇ ਨਿਵਾਸ ਕਰੂਗੀ। ਜਿਹੜਾ ਤੈਨੂੰ ਵੇਖੂਗਾ ਹੱਥ ਜੋੜ ਕੇ ਤੇਰਾ ਸਤਿਕਾਰ ਕਰੇਗਾ। ਇਹ ਗੁਰਸਿੱਖਾਂ ਨੂੰ ਜੀਵਨ ਬਖਸ਼ਿਆ ਮਹਾਰਾਜ ਨੇ। ਜਿਹੜਾ ਇਸ ਢੰਗ ਨਾਲ ਜੀਵੇਗਾ ਉਹਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ। ਸਾਰਿਆਂ ਨੂੰ ਉਪਦੇਸ਼ ਤਾਂ ਹੀ ਕੀਤਾ, ਨਾਨਕ ਸਤਿਗੁਰ ਭੇਟਿਆ, ਪੂਰੀ ਹੋਵੇ ਜੁਗਤ, ਹਸੰਦਿਆਂ ਖਿਲੰਦਿਆਂ ਖਵੰਦਿਆਂ ਪਹਿਨੰਦਿਆਂ, ਵਿੱਚੇ ਹੋਵੇ ਮੁਕਤ। ਐਸੇ ਸਤਿਗੁਰ ਤੋਂ ਬਲ ਬਲ ਜਾਈਏ।